ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਐਬਰੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਸਿੰਘ ਜੀ। ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਸਰ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਾਨੂੰ ਤੁਹਾਡੇ ਨਾਲ ਮਿਲ ਕੇ ਨਾ ਇਦਾਂ ਲੱਗਦਾ ਕਿ ਜਿਹੜਾ ਸਾਡਾ ਸਟੂਡੀਓ ਹੈ ਨਾ ਫਲਾਈਟ ਮੋਡ ਤੇ ਜਾ ਰਿਹਾ ਇਸ ਵਕਤ। ਸੋ ਫਲਾਈਟਸ ਖੋਲ ਦਿੱਤੀਆਂ ਨੇ ਕੰਟਰੀਜ਼ ਨੇ ਕਿਉਂਕਿ 19 ਵਾਇਰਸ ਤੋਂ ਬਾਅਦ ਜੋ ਸਭ ਬੰਦ ਹੋਇਆ ਸੀ। ਸੋ ਕਿਹੜੀਆਂ ਕੰਟਰੀਜ਼ ਖੁੱਲੀਆਂ ਨੇ ਔਰ ਇਸ ਵਕਤ ਕਿਰਾਇਆਂ ਦਾ ਕੀ ਹਾਲ ਹੈ, ਪਬਲਿਕ ਕੀ ਕਰੇ ਕੀ ਨਾ ਕਰੇ, ਸਾਰਾ ਕੁਝ ਤੁਸੀਂ ਦੱਸਣਾ ਸਾਨੂੰ ਅੱਜ। ਇਹ ਸੰਜੀਵ ਜੀ ਕਾਫੀ ਵੱਡੀ ਰਿਲੀਫ ਹੈ ਬਿਕੋਜ਼ 27 ਮਾਰਚ ਤੋਂ ਇਸ ਸਾਲ ਸਾਰੀਆਂ ਇੰਟਰਨੈਸ਼ਨਲ ਫਲਾਈਟਸ ਓਪਨ ਹੋ ਗਈਆਂ ਔਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਫਲਾਈਟਸ ਤੇ ਪਹਿਲਾਂ ਦੀਆਂ ਖੁੱਲੀਆਂ, ਇਹ ਨਵਾਂ ਕੀ ਖੁੱਲਿਆ। ਸੋ ਅਸਲ 'ਚ ਕੀ ਹੈ ਕਿ ਬੇਸਿਕਲੀ ਜਿਹੜਾ ਟਰੈਵਲ ਇੰਡਸਟਰੀ ਆ ਇਹਦੇ ਵਿੱਚ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਹੁੰਦਾ, ਇੱਕ CRS ਹੁੰਦਾ ਜਿਹਦੇ ਉੱਪਰ ਕੀ ਸਿਸਟਮ ਦੇ ਉੱਪਰ ਚਾਰਟ ਆਉਂਦਾ ਜਿਹਦੇ ਉੱਪਰ ਕੀ ਫੇਅਰ ਫਲਕਚੁਏਟ ਕਰਦੇ ਤਰੀਕਾਂ ਦੇ ਹਿਸਾਬ ਨਾਲ ਤੁਸੀਂ ਡੇਟਸ ਪਿਕ ਕਰ ਸਕਦੇ ਹੋ। ਓਕੇ। ਔਰ ਅਲਟੀਮੇਟਲੀ ਇਹ ਸਾਰੀਆਂ ਸ਼ੈਡਿਊਲਡ ਫਲਾਈਟਸ ਨੇ। ਸ਼ੈਡਿਊਲਡ ਫਲਾਈਟਸ ਤੁਸੀਂ ਸਮਝੋ ਕਿ ਜਿੱਦਾਂ ਸ਼ਤਾਬਦੀ ਹੈ ਰੋਜ਼ 6 ਵਜੇ ਜਾਂਦੀ, ਅਗਰ 10 ਵਜੇ ਦੂਜੀ ਟ੍ਰੇਨ ਆ, ਮੁੜ ਕੇ ਤੀਸਰੀ ਟ੍ਰੇਨ ਆ, ਚੌਥੀ ਟ੍ਰੇਨ ਆ, ਸੇਮ ਸ਼ੈਡਿਊਲ ਜਿਹੜੀਆਂ ਸਾਰੀਆਂ 에ਅਰਲਾਈਨਸ ਦਾ ਵੀ ਆ। ਸੋ ਜਿਹੜੇ ਪੱਕੇ ਰੂਟ ਨੇ ਉਹ ਸਾਰੀਆਂ ਫਲਾਈਟਸ ਫਲਾਈ ਕਰਨੀਆਂ ਉਹ ਹੁਣ ਸ਼ੁਰੂ ਹੋਈਆਂ ਆ। ਓਕੇ। ਇਸ ਤੋਂ ਪਹਿਲਾਂ ਕੀ ਸੀ ਕਿ ਕਾਈਂਡ ਆਫ ਰੈਸਕਿਊ ਆਪਰੇਸ਼ਨ ਵਰਗਾ ਸੀਗਾ ਕਿ ਦੋ ਕੰਟਰੀਜ਼ ਦੇ ਵਿੱਚ ਇੱਕ 에ਅਰ ਬਬਲ ਕ੍ਰੀਏਟ ਕਰ ਲਿਆ ਜਾਂਦਾ। ਉਹਦਾ ਮਤਲਬ ਇਹ ਹੁੰਦਾ ਕਿ ਬਿਨਾਂ ਟੱਚਡਾਊਨ ਸਾਡਾ ਫਲਾਈਟ ਤੁਹਾਡੇ ਆਏਗੀ, ਤੁਹਾਡਾ ਜਹਾਜ਼ ਸਾਡੇ ਪਹੁੰਚ ਜਾਏਗਾ। ਓਕੇ। ਔਰ ਉਹਦੇ ਵਿੱਚ ਇੱਕ ਤਰੀਕੇ ਨਾਲ ਚਾਰਟਰਡ ਟੈਕਸੀ ਵਾਂਗੂ ਚੱਲਦਾ ਆ ਇਹ ਕਿ ਇੱਥੋਂ ਜਹਾਜ਼ ਭਰ ਲਿਆ, ਉੱਥੇ ਖਾਲੀ ਕੀਤਾ, ਉੱਥੋਂ ਭਰ ਲਿਆ, ਇੱਥੇ ਖਾਲੀ ਕੀਤਾ। ਰਾਈਟ। ਸੋ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਸ਼ੁਰੂ ਹੀ ਹੋਇਆ ਸੀਗਾ ਇਹ ਇਵੈਕੂਏਸ਼ਨ ਦਾ ਕੰਮ ਸਾਰੇ ਪਾਸਿਓਂ, ਉਦੋਂ ਤਕਰੀਬਨ ਅੰਬੈਸੀਜ਼ ਅਸਿਸਟ ਕਰਦੀਆਂ ਰਹੀਆਂ ਇਹਨੂੰ ਕਿ ਤੁਸੀਂ ਜਿਨ੍ਹਾਂ ਨੇ ਟਰੈਵਲ ਕਰਨਾ ਹੁੰਦਾ ਸੀ ਉਹ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਆਪਣੇ ਲੋਕਲ ਅੰਬੈਸੀ ਨੂੰ ਦੱਸਦੇ ਸੀ ਔਰ ਅੰਬੈਸੀ ਫਿਰ ਉਹਨਾਂ ਨੂੰ ਟਿਕਟਾਂ ਲਈ ਲਿੰਕ ਮੁਹੱਈਆ ਕਰਾਉਂਦੀ ਸੀ। ਰਾਈਟ। ਸੋ ਇੱਕ ਤਰੀਕੇ ਨਾਲ ਜਹਾਜ਼ ਸੀ ਵੀ ਜਦੋਂ ਭਰ ਗਿਆ ਉਦੋਂ ਤੋਰ ਲਓ, ਜਦੋਂ ਭਰ ਗਿਆ ਉਦੋਂ ਤੋਰ ਲਓ, ਇਸ ਤਰੀਕੇ ਦਾ ਹਿਸਾਬ ਸੀਗਾ। ਸੋ ਨਾਓ ਇਟ ਇਜ਼ ਅ ਟਾਈਮ ਕਿ ਜਿਹਦੇ ਨਾਲ ਪੂਰੀ ਦੀ ਪੂਰੀ ਇੰਡਸਟਰੀ ਇੱਕਦਮ ਓਪਨ ਅਪ ਹੋਏਗੀ। ਅਗਰ ਤੁਸੀਂ ਤੁਹਾਨੂੰ ਯਾਦ ਹੋਵੇ ਅਸੀਂ ਪਿਛਲੇ ਕਾਫੀ ਸ਼ੋਜ਼ ਦੇ ਵਿੱਚ ਕਿਹਾ ਸੀ ਕਿ ਸਮਰ ਇਜ਼ ਦਾ ਟਾਈਮ, ਬੈਸਟ ਟਾਈਮ ਜਦੋਂ ਅਪਲਾਈ ਕਰਨਾ ਚਾਹੀਦਾ, ਜਦੋਂ ਤੁਹਾਡਾ ਹਮੇਸ਼ਾ ਟਰੈਵਲਿੰਗ ਓਪਨ ਹੁੰਦੀ ਹੈ। ਔਰ ਤੁਸੀਂ ਦੇਖੋ ਉਹਦੇ ਸਿੰਪਟਮਸ ਇੱਕਦਮ ਦਿਸਣ ਲੱਗ ਪਏ ਨੇ। ਬਿਲਕੁਲ ਸਰ। ਸੋ ਇਸ ਸਮੇਂ ਦੇ ਵਿੱਚ ਆਲਮੋਸਟ ਜਿਹੜੀਆਂ 에ਅਰ ਫੇਅਰ ਜਿਹੜੇ 1.5-2 ਲੱਖ ਦੀ ਟਿਕਟ ਸੀ, ਰਾਈਟ, ਉਹ ਤੁਹਾਨੂੰ ਹੁਣ 70-80 ਹਜ਼ਾਰ ਦੇ ਉੱਪਰ ਆ ਕੇ ਦਿਸੇਗੀ। ਸੋ ਫੇਅਰ ਬਿਲਕੁਲ ਥੱਲੇ ਆ ਜਾਣਗੇ, ਫੇਅਰਸ ਬਿਲਕੁਲ, ਬਿਕੋਜ਼ ਪਹਿਲਾਂ ਫੇਅਰਸ ਕੀ ਸਲੋਟ ਚੱਕੇ ਹੁੰਦੇ ਸੀ, ਰਾਈਟ, ਕਿ ਜਿਹੜਾ ਇੱਕ ਚਾਰਟਰ ਟੈਕਸੀ ਜਿਹਨੇ ਬੁੱਕ ਕੀਤੀ ਆ ਉਹਦੇ ਕੋਲ ਉਹਦੀਆਂ ਟਿਕਟਾਂ ਦਾ ਕੋਟਾ ਆ, ਤਾਂ ਉਹਨੇ ਇੱਕ ਪ੍ਰਾਈਸ ਫਿਕਸ ਕਰਤਾ ਕਾਈਂਡ ਆਫ ਸਿੰਡੀਕੇਟ ਵਾਂਗੂ ਕਿ ਉਹੀ ਪ੍ਰਾਈਸ ਆਪਾਂ ਸੇ ਰਿਫਲੈਕਟ ਹੋਏਗਾ। ਸੋ ਹੁਣ ਸਿਸਟਮ ਦੇ ਉੱਪਰ ਆ, ਹੁਣ ਕੰਪੀਟੀਸ਼ਨ ਦੇ ਵਿੱਚ ਆ। ਸੋ ਹੁਣ ਇੱਕ 에ਅਰਲਾਈਨ ਦੇ ਨਾਲ ਦੂਸਰੀ 에ਅਰਲਾਈਨ ਕੰਪੀਟ ਕਰੇਗੀ। ਹੁਣ ਪ੍ਰਾਈਸਿਸ ਦਾ ਜਿਹੜਾ ਸਮਾਂ ਆ ਉਹ ਬਿਲਕੁਲ ਥੱਲੇ ਵਾਲੇ ਪ੍ਰਾਈਸਿਸ ਦਾ ਆ ਔਰ ਜਿੱਦਾਂ ਸਮਰ ਆਏਗੀ ਤੁਸੀਂ ਵੇਖੋਗੇ ਪ੍ਰਾਈਸਿਸ ਹੋਰ ਬਿਲਕੁਲ ਨਾਰਮਲ ਹੋਈ ਜਾਣਗੇ। ਓਕੇ। ਬਿਕੋਜ਼ ਬਹੁਤ ਸਾਰੀਆਂ 에ਅਰਲਾਈਨਸ ਜਿਹੜੀਆਂ ਬਹੁਤ ਬੜੇ ਦੇਰ ਤੋਂ ਆਪਰੇਸ਼ਨਸ ਨਹੀਂ ਕੀਤੇ, ਸਭ ਨੂੰ ਹਾਲੇ ਥੋੜਾ ਬਹੁਤ ਸਮਾਂ ਲੱਗੇਗਾ, 15-20 ਦਿਨ, ਮਹੀਨਾ। ਸੋ ਉਸ ਤੋਂ ਬਾਅਦ ਤੁਸੀਂ ਨਵੀਆਂ ਸਟ੍ਰੈਟਜੀਜ਼ ਵੇਖੋਗੇ। ਜਿਸ ਤਰੀਕੇ ਨਾਲ ਪਹਿਲਾਂ ਕੱਟ ਥਰੋਟ ਕੰਪੀਟੀਸ਼ਨ ਹੁੰਦਾ ਸੀ ਉਸੇ ਤਰੀਕੇ ਨਾਲ ਆਏਗਾ ਔਰ ਇਹਦਾ ਸਭ ਤੋਂ ਵੱਧ ਫਾਇਦਾ ਪੈਸੇਂਜਰਸ ਨੂੰ ਹੋਣ ਵਾਲਾ ਆ। ਸੋ ਜਿਨ੍ਹਾਂ ਨੇ ਟਰੈਵਲ ਕਰਨਾ ਉਹਨਾਂ ਲਈ ਇਹ ਸਮਾਂ ਆ ਹੁਣ ਕਿ ਤੁਸੀਂ ਯੂ ਕੈਨ ਪੁੱਲ ਅਪ ਯੂਰ ਸੌਕਸ ਔਰ ਇਹ ਸਮਾਂ ਆ ਜਦੋਂ ਤੁਸੀਂ ਆਪਣੇ ਜਿਹੜੇ ਸੁਪਨੇ ਲਏ ਨੇ, ਤੁਸੀਂ ਬਹੁਤ ਦੇਰ ਤੋਂ ਬੱਝ ਕੇ ਬੈਠੇ ਹੋ, ਬਹੁਤ ਸਮੇਂ ਤੋਂ ਤੁਸੀਂ ਆਪਣੇ ਆਪ ਨੂੰ ਰੋਕ ਕੇ ਬੈਠੇ ਹੋ ਔਰ ਤੁਸੀਂ ਜਿੰਨਾ ਕੁ ਜ਼ਰੂਰੀ ਹੈ ਸਿਰਫ ਅਸੈਂਸ਼ੀਅਲ ਟਰੈਵਲ ਨੂੰ ਹੀ ਕੀਤਾ ਆ। ਸੋ ਜਿਹੜਾ ਲੇਅਰ ਟਰੈਵਲ ਉਹ ਮਿਸ ਸੀਗਾ ਬਹੁਤ ਦੇਰ ਤੋਂ। ਸੋ ਲੇਅਰ ਟਰੈਵਲ ਇਜ਼ ਰਾਈਟ ਨਾਓ ਉਹ ਚੱਲ ਪਿਆ ਆ। ਸੋ ਉਹਦੇ ਨਾਲ ਹੀ ਜਿਹੜੇ ਕੰਟਰੀਜ਼ ਨੇ ਥਾਈ, ਮਲੇਸ਼ੀਆ, ਸਿੰਗਾਪੁਰ, ਤੁਸੀਂ ਵੇਖੋ, ਦੁਬਈ ਵੇਖੋ। ਸੋ ਜਿਹੜੇ ਲੋਕਲ ਡੈਸਟੀਨੇਸ਼ਨਸ ਨੇ ਜਿੱਥੇ ਸਾਡੇ ਲੋਕ ਸਭ ਤੋਂ ਵੱਧ ਟਰੈਵਲ ਕਰਦੇ ਆ, ਸੋ ਉਹਨਾਂ ਲਈ ਤੁਸੀਂ ਹੁਣ ਵੇਖੋਗੇ ਨਵੇਂ ਪੈਕੇਜਸ ਤੁਹਾਨੂੰ ਮਿਲਣਗੇ, ਨਵੇਂ ਪ੍ਰਾਈਸਿਸ ਮਿਲਣਗੇ। ਸੋ ਦਿਸ ਇਜ਼ ਅ ਟਾਈਮ ਟੂ ਫਲਾਈ ਔਰ ਇਹ ਤੁਹਾਡੇ ਫਨ ਵਾਲਾ ਸਮਾਂ ਆ ਔਰ ਇਹਦੇ ਵਿੱਚ ਹੁਣ ਡਰ ਨਹੀਂ ਹੈਗਾ। ਔਰ ਮੈਂ ਬਹੁਤ ਸਾਰੇ ਸ਼ੋਜ਼ ਵਿੱਚ ਇੱਕ ਗੱਲ ਲਗਾਤਾਰ ਕਹਿਣਾ ਹੁੰਦਾ ਕਿ ਟੂਰਿਜ਼ਮ ਉਦੋਂ ਆ ਜਦੋਂ ਤੁਹਾਡੇ ਚਿਹਰੇ ਤੇ ਮਾਸਕ ਨਹੀਂ ਹੈਗਾ, ਜਦੋਂ ਡਰ ਦਾ ਮਾਹੌਲ ਨਹੀਂ ਹੈਗਾ, ਜਦੋਂ ਤੁਹਾਡੇ ਚਿਹਰੇ ਤੇ ਖੁਸ਼ੀ ਆ। ਸੋ ਯੈਸ, ਹੈਪੀਨੈਸ ਟਾਈਮ ਇਜ਼ ਬੈਕ। ਸੋ ਹੁਣ ਖੁਸ਼ੀ ਵਾਲਾ ਮਾਹੌਲ ਹੈ। ਸੋ ਤੁਸੀਂ ਹੁਣ ਟਰੈਵਲ ਕਰਨ ਬਾਰੇ ਸੋਚ ਸਕਦੇ ਹੋ। ਸੋ ਜੋ ਉੱਥੇ ਜਾ ਕੇ ਹੋਟਲਸ ਦੇ ਵਿੱਚ ਸਟੇ ਕਰਨਾ ਹੈ ਉਹਦੇ ਵਾਸਤੇ ਕੋਈ ਗਾਈਡਲਾਈਨਸ ਨਵੀਆਂ ਇਸ਼ੂ ਕੀਤੀਆਂ ਨੇ ਉੱਥੋਂ ਦੀ ਗਵਰਨਮੈਂਟਸ ਨੇ ਜਾਂ ਸੇਮ ਜੋ 19 ਵਾਇਰਸ ਦੀਆਂ? ਬਹੁਤ ਛੋਟੇ ਪ੍ਰੋਟੋਕਾਲਸ ਨੇ। ਜਿੱਦਾਂ ਹੁਣ ਲਾਈਕ ਤੁਸੀਂ ਪਹੁੰਚਦੇ ਹੋ ਜਾ ਕੇ ਤਕਰੀਬਨ ਕੰਟਰੀਜ਼ ਜਾ ਕੇ ਇੱਕ ਲੋਕਲ ਟੈਸਟ ਲੈਂਦੇ ਆ। ਸੋ ਕਿਸੇ ਇੱਕ ਅੱਧੇ ਕੰਟਰੀ ਨੇ ਤੁਹਾਡਾ ਟੈਸਟ ਦੀ ਰਿਪੋਰਟ ਆਉਣ ਤੱਕ ਇੱਕ ਅੱਧੇ ਦਿਨ ਦਾ ਕੁਆਰੰਟੀਨ ਰੱਖਿਆ ਆ। ਸੋ ਹਾਰਡਲੀ 1 ਨਾਈਟ ਮਤਲਬ ਇਦਾਂ ਦਾ ਆ। ਸੋ ਬਹੁਤ ਸਾਰੇ ਕੰਟਰੀਜ਼ ਨੇ ਬਿਲਕੁਲ ਟੋਟਲੀ ਲਿਫਟ ਕਰਤੀਆਂ। ਇੰਡੀਆ ਨੇ ਇਟਸੈਲਫ ਲਿਫਟ ਕਰਤੀਆਂ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ। ਸੋ ਰਿਸਟ੍ਰਿਕਸ਼ਨਸ ਵਾਲਾ ਸਮਾਂ ਤਕਰੀਬਨ ਲੰਘ ਗਿਆ ਆ ਬਿਕੋਜ਼ ਇੰਡੀਵਿਜੂਅਲੀ ਵੀ ਤੁਸੀਂ ਜਿੰਨਾ ਕੁ ਡਰਨਾ ਸੀ ਤੁਸੀਂ ਡਰ ਲਿਆ ਇਸ ਸਮੇਂ ਤੋਂ। ਸੋ ਸਭ ਨੂੰ ਲੱਗਦਾ ਕਿ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ ਮੇਰੇ ਲਈ। ਮੇਰਾ ਕਰੀਅਰ ਗਿਆ, ਮੇਰਾ ਵਪਾਰ ਗਿਆ, ਮੇਰਾ ਕਾਰੋਬਾਰ ਗਿਆ, ਪੈਸਾ ਗਿਆ, ਸਭ ਕੁਝ ਗਿਆ। ਅਰਨਿੰਗਸ ਬਾਟਮ ਲਾਈਕ ਥੱਲੇ ਆ ਗਈਆਂ।
ਬੱਚਿਆਂ ਦੀ ਪੜ੍ਹਾਈ ਇਫੈਕਟ ਹੋਈ। ਸੋ ਸਭ ਨੂੰ ਲੱਗਦਾ ਕਿ ਬਹੁਤ ਹੋ ਗਿਆ ਯਾਰ, ਆਈ ਕੈਨ ਡੀਲ ਵਿਦ ਇਟ। ਸੋ ਸਭ ਨੂੰ ਲੱਗਦਾ ਕਿ ਮੇਰੇ ਲਈ ਕੋਈ ਵੱਡਾ ਮਸਲਾ ਨਹੀਂ ਹੈ। ਸੋ ਇਹ ਜਦੋਂ ਇੰਡੀਵਿਜੂਅਲੀ ਸਭ ਦੇ ਕੋਲ ਫੀਲਿੰਗ ਆ ਗਈ ਹੈ, ਉਦੋਂ ਡਰ ਇੱਕਦਮ ਖਤਮ ਹੋ ਗਿਆ। ਸੋ ਇੱਕ ਸਾਡੇ ਤੁਸੀਂ ਵਿਊਅਰਸ ਨੇ ਵੀ ਦੱਸੋ ਕਿ ਬੈਸਟ ਕੰਟਰੀਜ਼ ਕਿਹੜੀਆਂ ਰਹਿ ਸਕਦੀਆਂ ਨੇ ਜੇ ਘੁੰਮਣ ਜਾਣ, ਕਿਉਂਕਿ ਸਭ ਦਾ ਆਪਣਾ ਆਪਣਾ ਇੱਕ ਡੈਸਟੀਨੇਸ਼ਨ ਹੁੰਦਾ, ਸਭ ਦਾ ਆਪਣਾ ਆਪਣਾ ਇੱਕ ਬਜਟ ਹੁੰਦਾ, ਬਟ ਅਕੋਰਡਿੰਗ ਟੂ ਯੂ ਬਿਕੋਜ਼ ਯੂ ਆਰ ਅ ਪ੍ਰੋਫੈਸ਼ਨਲ, ਇਹ ਕਿਹੜੀਆਂ ਕੰਟਰੀਜ਼ ਬੈਸਟ ਰਹਿਣਗੀਆਂ ਇਸ ਟਾਈਮ ਦੇ ਉੱਤੇ? ਇਹਦਾ ਜਵਾਬ ਥੋੜਾ ਜਿਹਾ ਪੁੱਠਾ ਆ, ਬਿਕੋਜ਼ ਮੈਂ ਉਸ ਤਰੀਕੇ ਨੂੰ ਨਹੀਂ ਜਾਣਾ ਚਾਹੁੰਦਾ। ਅਲਟੀਮੇਟਲੀ ਕੋਈ ਕੰਟਰੀ ਵੱਡਾ ਛੋਟਾ ਨਹੀਂ ਹੈਗਾ। ਸੋ ਸਾਡੇ ਜਿੰਨੇ ਵੀ ਇੱਥੋਂ ਦੇ ਐਪਲੀਕੈਂਟਸ ਨੇ ਉਹ ਬਜਟਿੰਗ ਕਰਦੇ ਨੇ ਕਿ ਟਰੈਵਲ ਦੀ ਅਫੋਰਡੇਬਿਲਟੀ ਦੇ ਹਿਸਾਬ ਨਾਲ ਜੀ। ਬਹੁਤ ਸਾਰੇ ਯੰਗ ਜਿਹੜੇ ਕਪਲਸ ਨਿਊ ਮੈਰਿਡ ਕਪਲ ਨੇ, ਸੋ ਪਹਿਲਾਂ ਲੋਕਲ ਹਨੀਮੂਨਸ ਤੇ ਜਾਂਦੇ ਸੀ, ਉਹ ਅੱਜ ਕੱਲ੍ਹ ਹੁੰਦਾ ਚੱਲ ਯਾਰ ਬਾਹਰ ਦਾ ਚੱਕਰ ਵੀ ਲੱਗ ਜੂ, ਟਰੈਵਲ ਹਿਸਟਰੀ ਵੀ ਕ੍ਰੀਏਟ ਹੋ ਜੂਗੀ। ਸੋ ਇਸ ਕਰਕੇ ਅਫੋਰਡੇਬਿਲਟੀ ਦੇ ਪ੍ਰਾਈਸ ਨਾਲ ਦੁਬਈ ਆ, ਬੈਂਕਾਕ ਆ, ਸੋ ਥਾਈਲੈਂਡ ਆ, ਸੋ ਇਹ ਜਿਹੜੇ ਡੈਸਟੀਨੇਸ਼ਨਸ ਨੇ ਲੋਕਲਸ ਨੇ, ਇਹ ਚੀਪੈਸਟ ਨੇ। ਓਕੇ। ਸੋ ਸਭ ਤੋਂ ਸਸਤੇ ਨੇ ਇਹ। ਸੋ ਇਹਨਾਂ ਨਾਲ ਦਾ ਕੋਈ ਪ੍ਰਾਈਸਿਸ ਨਹੀਂ ਹੈਗਾ। ਔਰ ਜਿੱਦਾਂ ਜਿੱਦਾਂ ਹੁਣ ਪ੍ਰਾਈਸਿਸ ਬਿਲਕੁਲ ਥੱਲੇ ਆਈ ਜਾਂਦੇ ਟਿਕਟਾਂ ਦੇ, ਸੋ ਯਕੀਨ ਮੰਨੋ ਕੋਈ ਬਹੁਤ ਜ਼ਿਆਦਾ ਕਾਸਟ ਨਹੀਂ ਲੱਗਦੀ। ਜਿੰਨਾ ਕਿ ਤੁਹਾਡਾ ਗੋਆ ਘੁੰਮਣ ਦਾ ਬਜਟ ਹੁੰਦਾ, ਉਹਨਾਂ ਕੀ ਇਹਨਾਂ ਮੁਲਕਾਂ 'ਚ ਘੁੰਮਣ ਦਾ ਬਜਟ ਹੈ। ਸੋ ਜਿੰਨੇ ਤੁਸੀਂ ਕੇਰਲਾ ਜਾਣਾ ਆ, ਉਹ ਤੋਂ ਮਤਲਬ ਅਫੋਰਡੇਬਿਲਟੀ ਤੁਹਾਡਾ ਦੁਬਈ ਹੋ ਜਾਣਾ ਹੈ। ਸੋ ਇਟਸ ਐਗਜ਼ੈਕਟਲੀ ਲਾਈਕ ਦਿਸ। ਸੋ ਬਹੁਤ ਜ਼ਿਆਦਾ ਕਾਸਟ ਨਹੀਂ ਹੈਗੀ। ਔਰ ਵੱਡੀ ਗੱਲ, ਇਹ ਸਾਰੇ ਕੰਟਰੀਜ਼ ਜਿਹੜੇ ਲੋਕਲ ਨੇ, ਸਾਊਥ ਏਸ਼ੀਅਨ ਜਿਹੜਾ ਰੀਜਨ ਹੈ, ਇਹ ਤਕਰੀਬਨ ਟੂਰਿਜ਼ਮ ਪ੍ਰਮੋਸ਼ਨ ਦੇ ਉੱਪਰ ਕੰਮ ਹੈ। ਔਰ ਬਹੁਤ ਸਾਰੇ ਕੰਟਰੀਜ਼ ਦਾ ਸਰਵਾਈਵਲ ਇੱਥੋਂ ਆ, ਬਿਕੋਜ਼ ਟੂਰਿਜ਼ਮ ਨੇ ਸਭ ਨੂੰ ਜਗਾਇਆ ਹੈ, ਟੂਰਿਜ਼ਮ ਨੇ ਸਭ ਨੂੰ ਸ਼ਾਨੋ ਸ਼ੌਕਤ ਦਿੱਤੀ ਹੈ, ਟੂਰਿਜ਼ਮ ਨੇ ਸਭ ਦੇ ਲਾਈਟਾਂ ਲਾਈਆਂ ਨੇ। ਸੋ ਜਿਹੜੇ ਵਰਲਡ ਮੈਪ ਦੇ ਉੱਪਰ ਜਗਣ ਲੱਗ ਗਏ ਨੇ, ਇਹਦੇ ਪਿੱਛੇ ਟੂਰਿਜ਼ਮ ਦਾ ਬਹੁਤ ਵੱਡਾ ਹੱਥ ਹੈ। ਸੋ ਯੈਸ, ਸਾਡੇ ਲੋਕਾਂ ਦੀ ਅਫੋਰਡੇਬਿਲਟੀ ਹੈਗੀ। ਸੋ ਪਹਿਲਾ ਡੈਸਟੀਨੇਸ਼ਨ ਇਹ ਰਹਿੰਦਾ ਹੈ। ਸੈਕੰਡ ਡੈਸਟੀਨੇਸ਼ਨ ਸਾਡੇ ਲੋਕਾਂ ਦੇ ਹੁੰਦੇ ਕਿ ਵੰਸ ਉਹ ਇੱਧਰ ਥੋੜਾ ਬਹੁਤ ਟਰੈਵਲ ਕਰ ਲੈਂਦੇ ਨੇ, ਦੈਨ ਯੂਰਪੀਅਨ, ਯੂਕੇ, ਆਸਟ੍ਰੇਲੀਆ, ਇਹ ਵਾਲੇ ਡੈਸਟੀਨੇਸ਼ਨਸ ਨੇ। ਔਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਇਹਨਾਂ ਤੋਂ ਬਾਅਦ ਫਿਰ ਅਮਰੀਕਾ, ਕੈਨੇਡਾ ਦੀ ਵਾਰੀ ਆਉਂਦੀ ਹੈ। ਬਟ ਇੱਥੇ ਮੈਂ ਕਰੈਕਟ ਕਰ ਦਿੰਦਾ ਕਿ ਅਮਰੀਕਾ, ਕੈਨੇਡਾ ਦੋਨੋਂ ਪਾਸੇ ਤੁਸੀਂ ਫਰਸਟ ਟਾਈਮ ਟਰੈਵਲਰ ਹੋ ਤਾਂ ਵੀ ਵੀਜ਼ਾਸ ਮਿਲਦੇ ਆ। ਸੋ ਉਹ ਇੱਕ ਪੁਰਾਣੀ ਸਾਈਕੋਲੋਜੀ ਸੀ ਜਦੋਂ ਅਸੀਂ ਐਵੋਲੂਸ਼ਨ ਪੀਰੀਅਡ 'ਚ ਸੀ, ਕਿ ਜਦੋਂ ਸਾਡੇ ਲੋਕ ਹਾਲੇ ਬਹੁਤ ਜ਼ਿਆਦਾ ਟਰੈਵਲ ਨਹੀਂ ਕਰਦੇ ਸੀ, 5 ਰੁਪਈਆਂ ਦੀ ਖਰਚਦੇ ਸੀ ਹਮੇਸ਼ਾ ਬਾਹਰ ਜਾਣ ਨੂੰ, ਔਰ ਸਾਨੂੰ ਲੱਗਦਾ ਸੀ ਕਿ ਐਮਬੈਸੀ ਵੀਜ਼ੇ ਨਹੀਂ ਦਿੰਦੀ। ਉਸ ਸਮੇਂ ਦੇ ਵਿੱਚ ਸਾਰੇ ਲੋਕ ਜਿਹੜਾ ਥਾਟ ਪ੍ਰੋਸੈਸ ਇਦਾਂ ਦਾ ਹੁੰਦਾ ਸੀ ਕਿ ਪਹਿਲਾਂ ਛੋਟਾ ਮੁਲਕ, ਫਿਰ ਮਿਡਲ, ਫਿਰ ਉਸ ਤੋਂ ਬਾਅਦ ਅਗਲੇ, ਫਿਰ ਜਾ ਕੇ ਪੰਗਾ ਲਾਵਾਂਗੇ। ਬਟ ਇਸ ਸਮੇਂ ਦੇ ਵਿੱਚ ਕੁਝ ਇਦਾਂ ਦਾ ਨਹੀਂ ਹੈਗਾ। ਤੁਹਾਡੀਆਂ ਸੋਸ਼ਲ ਟਾਈਜ਼ ਚੰਗੀਆਂ ਨੇ, ਤੁਹਾਡੀ ਇਕਨੋਮਿਕ ਟਾਈਜ਼ ਚੰਗੀਆਂ ਨੇ, ਤੁਹਾਡੇ ਕੋਲ ਜੇਬ 'ਚ ਪੈਸੇ ਹੈਗੇ ਆ, ਤੁਹਾਡੇ ਕੋਲ ਇੱਕ ਸਫਲ, ਤੁਸੀਂ ਕਿਸੇ ਨਾ ਕਿਸੇ ਕੰਮ ਦੇ ਵਿੱਚੋਂ ਸਫਲਤਾ ਨਾਲ ਪੈਸੇ ਬਣਾ ਰਹੇ ਹੋ, ਤਾਂ ਕੋਈ ਕੰਟਰੀ ਤੁਹਾਨੂੰ ਵੀਜ਼ੇ ਤੋਂ ਮਨਾ ਨਹੀਂ ਕਰਦਾ। ਬਿਕੋਜ਼ ਜਿੰਦਾ ਪੈਸਾ ਇਹ ਛੋਟੇ ਕੰਟਰੀਜ਼ ਚਾਹੁੰਦੇ ਨੇ, ਇਦਾਂ ਹੀ ਜਿਹੜੇ ਫਾਈਨਲ ਡੈਸਟੀਨੇਸ਼ਨਸ ਆ ਇਹ ਵੀ ਪੈਸਾ ਚਾਹੁੰਦੇ ਨੇ। ਸੋ ਟੂਰਿਜ਼ਮ ਪ੍ਰਮੋਸ਼ਨਸ ਇਹਨਾਂ ਦੀਆਂ ਵੀ ਸਭ ਤੋਂ ਵੱਧ ਹੈ। ਸੋ ਇਸ ਕਰਕੇ ਸਮਰ ਟਾਈਮ ਹੈ, ਸਮਰ ਦੇ ਵਿੱਚ ਤੁਸੀਂ ਆਪਣੀਆਂ ਐਪਲੀਕੇਸ਼ਨਸ ਕਿਸੇ ਪਾਸੇ ਦੀਆਂ ਵੀ ਲਾ ਸਕਦੇ ਹੋ। ਔਰ ਇਸ ਸਮੇਂ ਦੇ ਵਿੱਚ ਅਗਰ ਤੁਹਾਡੀਆਂ ਐਪਲੀਕੇਸ਼ਨ ਪ੍ਰੀਵੀਅਸ ਕਿਤੇ ਰਿਫਿਊਜ਼ ਵੀ ਹੋਈਆਂ, ਕਿਸੇ ਸਮੇਂ ਦੇ ਵਿੱਚ ਤੁਸੀਂ ਐਪਲੀਕੇਸ਼ਨ ਲਾਈ ਸੀ, ਉਸ ਸਮੇਂ ਕੋਵਿਡ ਪ੍ਰੋਟੋਕਾਲ ਅਲੱਗ ਸੀ, ਔਰ ਸਭ ਨੂੰ ਲੱਗਾ ਕਿ ਇਹ ਨਾਨ ਅਸੈਂਸ਼ੀਅਲ ਟਰੈਵਲ ਆ, ਇਹਦੇ 'ਚ ਵੀਜ਼ਾ ਨਹੀਂ ਦੇਣਾ ਚਾਹੀਦਾ। ਸੋ ਅਸੈਂਸ਼ੀਅਲ ਟਰੈਵਲ ਦੀ ਕੈਟਾਗਰੀ ਤੇ ਨਹੀਂ ਗਿਣਿਆ ਗਿਆ, ਤਾਂ ਤੁਹਾਡਾ ਇਸ ਕਰਕੇ ਵੀ ਵੀਜ਼ਾ ਡਿਨਾਈ ਹੋਇਆ। ਸੋ ਤੁਸੀਂ ਆਪਣੀਆਂ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਡਿਨਾਈ ਵਾਲੀਆਂ ਆ, ਉਹ ਦੁਬਾਰਾ ਲਾ ਸਕਦੇ ਹੋ। ਔਰ ਯਕੀਨ ਮੰਨੋ ਇਸ ਸਮੇਂ ਵਿੱਚ ਉਹ ਵੀਜ਼ਾ ਲੈ ਲੈਣਗੀਆਂ। ਬਿਕੋਜ਼ ਅਗਰ ਤੁਹਾਡੇ ਕੋਈ ਪੁੱਠੇ ਦੇ ਕਾਗਜ਼ ਲਾ ਕੇ ਜਾਲੀ ਜਾਂ ਕੁਝ ਅਲੱਗ ਤਰੀਕੇ ਨਾਲ ਐਪਲੀਕੇਸ਼ਨ ਰਿਫਿਊਜ਼ ਨਹੀਂ ਹੋਈਆਂ ਤੇ ਫਿਰ ਹਰ ਐਪਲੀਕੇਸ਼ਨ ਜਿਹੜੀ ਰਿਫਿਊਜ਼ ਹੋਈ ਆ ਪਿਛਲੇ ਸਮੇਂ ਵਿੱਚ ਡਿਊ ਟੂ ਕੋਵਿਡ ਪ੍ਰੋਟੋਕਾਲਸ ਜਾਂ ਅੰਬੈਸੀਜ਼ ਦੇ ਵਿੱਚ ਬੈਕਲੌਗ ਹੀ ਬਹੁਤ ਜ਼ਿਆਦਾ ਵੱਧ ਗਿਆ ਸੀ, ਜਾਂ ਉਸ ਕਰਕੇ ਉਹ ਐਪਲੀਕੇਸ਼ਨਸ ਹੁਣ ਵੀਜ਼ਾ ਲੈ ਲੈਣਗੀਆਂ। ਬੈਕਲੌਗ ਤਾਂ ਮੈਨੂੰ ਯਾਦ ਆਇਆ ਕਿ ਕੈਨੇਡਾ ਦੇ ਵਿੱਚ ਹਾਲੇ ਹੁਣੇ ਡਾਟਾ ਕੈਨੇਡਾ ਨੇ ਰਿਲੀਜ਼ ਕੀਤਾ ਆ, ਕੈਨੇਡਾ ਦੇ ਵਿੱਚ ਬਹੁਤ ਵੱਡਾ ਬੈਕਲੌਗ ਆ ਹਾਲੇ ਵੀ ਕੈਨੇਡਾ ਦੇ ਵਿੱਚ। ਹਾਲਾਂਕਿ ਸਟੂਡੈਂਟਸ ਦੀ ਜਿਹੜੀ ਐਪਲੀਕੇਸ਼ਨਸ ਹਾਲੇ ਵੀ 8,70,000 ਐਪਲੀਕੇਸ਼ਨਸ ਅੰਬੈਸੀ ਦੇ ਅੰਦਰ ਪਈਆਂ ਨੇ, ਔਰ ਇਹ 15 ਮਾਰਚ ਤੱਕ ਦਾ ਅੰਕੜਾ ਆ। ਸੋ 8,70,000 ਸਟੂਡੈਂਟ ਦੀਆਂ ਐਪਲੀਕੇਸ਼ਨਸ ਪਈਆਂ ਨੇ ਜਿਨ੍ਹਾਂ ਦੇ ਵੀਜ਼ਾਸ ਪ੍ਰੋਸੈਸ ਹੋਣੇ ਆ। ਔਰ ਜਿਹੜਾ ਲਾਈਕ ਅਦਰਵਾਈਜ਼ ਅਸੀਂ ਪੂਰੇ ਕੈਨੇਡਾ ਦੀਆਂ ਐਪਲੀਕੇਸ਼ਨਸ ਦੀ ਗੱਲ ਕਰੀਏ, ਕੈਨੇਡਾ ਦੇ ਵਿੱਚ ਜਿਹੜਾ ਬੈਕਲੌਗ ਆ ਉਹ 18,70,474 ਐਪਲੀਕੇਸ਼ਨਸ ਦਾ ਆ 15 ਮਾਰਚ ਦਾ। ਮਾਈ ਗੁੱਡਨੈਸ, ਦੈਟ ਇਨਕਲੂਡਸ ਆਲ ਕਾਈਂਡ ਆਫ ਐਪਲੀਕੇਸ਼ਨਸ। ਉਹ 'ਚ ਇਮੀਗ੍ਰੈਂਟਸ ਦੀਆਂ ਐਪਲੀਕੇਸ਼ਨਸ ਵੀ ਨੇ, ਫੈਮਿਲੀ ਵਿਜ਼ਟਰ ਵੀ ਨੇ, ਉਹਦੇ 'ਚ ਵਰਕ ਪਰਮਿਟ ਵਾਲੇ ਵੀ ਨੇ, ਉਹ 'ਚ ਸਟੂਡੈਂਟਸ ਵੀ ਨੇ, ਉਹਦੇ 'ਚ ਲੋਕਲ ਬੱਚਿਆਂ ਦੀਆਂ PR ਦੀਆਂ ਫਾਈਲਾਂ ਵੀ ਨੇ। ਬਟ ਸੋ ਇਸੇ ਕਰਕੇ ਕੈਨੇਡਾ ਨੇ ਇਸ ਦੀ ਇਮੀਗ੍ਰੇਸ਼ਨ ਨੂੰ ਬਹੁਤ ਵੱਡਾ ਕੀਤਾ ਹੈ। ਕੈਨੇਡਾ ਨੇ 500 ਨਵੇਂ EMPLOYEES ਰਿਕਰੂਟ ਕੀਤੇ ਨੇ ਆਪਣੀ ਇਮੀਗ੍ਰੇਸ਼ਨ ਦੇ ਵਿੱਚ, ਔਰ $85 ਮਿਲੀਅਨ ਦੀ ਫੰਡਿੰਗ ਕੀਤੀ ਗਈ ਹੈ ਕੈਬਨਿਟ ਵੱਲੋਂ। ਸੋ $85 ਮਿਲੀਅਨ ਦਾ ਮਤਲਬ ਇਹ ਹੈ ਕਿ ਜਿਹੜੀ ਪ੍ਰੋਸੈਸਿੰਗ ਪਿਛਲੇ 1.5-2 ਸਾਲ ਤੋਂ ਸਲੋ ਹੋ ਗਈ ਹੈ, ਸੋ ਉਸ ਐਪਲੀਕੇਸ਼ਨਸ ਨੂੰ ਸਪੀਡ ਅਪ ਕਰਨ ਲਈ ਸੋ ਇੰਨਾ ਪੈਸਾ ਖਰਚਿਆ ਗਿਆ। ਨਵੇਂ ਸੌਫਟਵੇਅਰ, ਚਨੂਕ ਨਾਂ ਦਾ ਇੱਕ ਸੌਫਟਵੇਅਰ ਆ, ਉਹ ਇੰਸਟਾਲ ਕੀਤਾ ਗਿਆ ਹੈ ਜਿਹੜਾ ਕਿ ਐਪਲੀਕੇਸ਼ਨਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਪ੍ਰੋਸੈਸ ਕਰ ਰਿਹਾ ਹੈ।
ਸੋ ਕੈਨੇਡਾ ਦੇ ਵਿੱਚ ਅਲੱਗ ਤਰੀਕੇ ਦੀਆਂ ਐਪਲੀਕੇਸ਼ਨਸ ਨੇ। ਕੈਨੇਡਾ 'ਚ ਹਾਲੇ ਵੀ ਜਿਹੜਾ ਬੈਕਲੌਗ ਦਾ ਸਮਾਂ ਵਾ, ਅਗਰ ਤੁਸੀਂ ਐਪਲੀਕੇਸ਼ਨ ਅੱਜ ਵੀ ਪਾਉਂਦੇ ਹੋ 2 ਮਹੀਨੇ ਦਾ ਸਮਾਂ ਹੈਗਾ ਘੱਟੋ ਘੱਟ ਜਿਹੜਾ ਤੁਹਾਡੀ ਐਪਲੀਕੇਸ਼ਨ ਨਿਕਲਣ ਨੂੰ ਲੱਗਦਾ ਹੈ। 2 ਤੋਂ 3 ਮਹੀਨੇ ਤੱਕ ਕਈ ਵਾਰੀ ਐਪਲੀਕੇਸ਼ਨ ਦਾ ਰਿਜ਼ਲਟ ਆਉਂਦਾ ਲੱਗ ਜਾਂਦੇ ਆ। ਸੋ ਕੈਨੇਡਾ ਲਈ ਐਪਲੀਕੇਸ਼ਨਸ ਪਾਉਣੀਆਂ ਚਾਹੁੰਦੇ ਹੋ ਸੋ ਇਹ 2-3 ਮਹੀਨੇ ਐਡਵਾਂਸ ਲੈ ਕੇ ਦਿਮਾਗ ਦੇ ਵਿੱਚ ਖਿਆਲ ਰੱਖ ਕੇ ਫਿਰ ਪਾਉਣਾ ਹੈ। ਔਰ ਯੂਐਸ ਦੇ ਵਿੱਚ ਉਮੀਦ ਹੈ ਕਿ ਇਸ ਅਪ੍ਰੈਲ ਤੋਂ ਹੀ ਕੁਝ ਦਿਨਾਂ ਬਾਅਦ ਆਈ ਸਟਰੋਂਗਲੀ ਬਿਲੀਵ ਕਿ ਜਿਹੜੀਆਂ ਐਪਲੀਕੇਸ਼ਨਸ ਆ ਜਿਹੜੀਆਂ ਅਪਾਇੰਟਮੈਂਟਸ ਆ ਉਹ ਰੈਗੂਲਰ ਹੋ ਜਾਣਗੀਆਂ। ਸੋ ਇਸ ਸਮੇਂ ਦੇ ਵਿੱਚ ਸਾਨੂੰ ਸਟੂਡੈਂਟਸ ਦੀਆਂ ਅਪਾਇੰਟਮੈਂਟਸ ਕਾਫੀ ਮਿਲ ਰਹੀਆਂ ਨੇ। ਸੋ ਜਿਹੜੀਆਂ ਟੂਰਿਸਟ ਵਾਲੀਆਂ ਐਪਲੀਕੇਸ਼ਨਸ ਆ ਉਹਨਾਂ ਦੇ ਉੱਪਰ ਥੋੜਾ ਬਹੁਤ ਹਾਲੇ ਵੀ ਆਰ ਵੇਟਿੰਗ, ਵੀ ਆਰ ਐਕਸਪੈਕਟਿੰਗ ਕਿ ਜਿਹੜੀਆਂ ਅਪ੍ਰੈਲ ਦੇ ਵਿੱਚ ਜਿਹੜੀਆਂ ਉਹਨਾਂ ਦੇ ਸਾਨੂੰ ਰਿਜ਼ਲਟ ਮਿਲ ਜਾਣਗੇ ਜਿਹੜੀਆਂ ਅਸੀਂ ਅਪਾਇੰਟਮੈਂਟਸ ਦੀ ਵੇਟ ਕਰ ਰਹੇ ਹਾਂ। ਸੋ ਫਾਈਨਲੀ ਵੀ ਆਰ ਐਕਸਪੈਕਟਿੰਗ ਕਿ ਅਪ੍ਰੈਲ ਦੇ ਵਿੱਚ ਅਗਰ ਅਪਾਇੰਟਮੈਂਟਸ ਮਿਲਦੀਆਂ ਤੇ ਸਮਰ ਇਜ਼ ਗੋਇੰਗ ਟੂ ਬੀ ਰੀਅਲੀ ਬਿਗ। ਸੋ ਸਮਰ ਟਾਈਮ ਕਾਫੀ ਯੂਐਸ ਲਈ ਵੀ ਵੱਡਾ ਹੋਣ ਵਾਲਾ ਆ। ਯੂਐਸ ਬਹੁਤ ਵੀਜ਼ਾ ਗ੍ਰਾਂਟ ਕਰਦਾ ਸਮਰ ਦੇ ਵਿੱਚ। ਫਿਰ ਬਹੁਤ ਹਿਊਜ ਇੰਡਸਟਰੀ ਹੈ ਔਰ ਸਾਰੇ ਜਾਣੇ ਇੱਕ ਵਾਰੀ ਫਿਰ ਤੋਂ ਐਕਸਰਸਾਈਜ਼ ਕਰ ਰਹੇ ਨੇ ਹਰ ਤਰ੍ਹਾਂ ਦੇ ਰਿਸੋਰਸਿਸ ਕਿ ਕਿਸ ਤਰ੍ਹਾਂ ਉਹ ਫਿਰ ਤੋਂ ਮੁੜ ਤੋਂ ਉਹੀ ਚੀਜ਼ ਸ਼ੁਰੂ ਕੀਤੀ ਜਾਵੇ। ਸੋ ਯੂਐਸ ਨੂੰ ਲੈ ਕੇ ਜੋ ਐਕਸਾਈਟਮੈਂਟ ਹਮੇਸ਼ਾ ਸਾਡੇ ਸਟੂਡੈਂਟਸ ਦੇ ਵਿੱਚ ਰਹਿੰਦੀ ਹੈ, ਇਸ ਵਕਤ ਕੀ ਸਿਨੈਰੀਓ ਬਣਿਆ ਹੋਇਆ ਹੈ ਔਰ ਯੂਐਸ ਦੀ ਗਵਰਨਮੈਂਟ ਕਿਵੇਂ ਰਿਸਪੌਂਡ ਕਰ ਰਹੀ ਹੈ? ਕਿਉਂਕਿ ਉਧਰੋਂ ਯੂਕਰੇਨ ਨਾਲ ਵਾਰ ਲੱਗੀ ਹੋਈ ਆ ਤਾਂ ਉਹ ਕਾਫੀ ਸਟੇਟਮੈਂਟਸ ਵੀ ਆ ਰਹੀਆਂ ਨੇ ਬਾਈਡਨ ਸਾਹਿਬ ਦੀਆਂ ਉਸ ਵਾਰ ਦੇ ਨਾਲ ਰਿਲੇਟਡ। ਤਾਂ ਇਸ ਸਿਨੈਰੀਓ ਦੇ ਵਿੱਚ ਸਟੂਡੈਂਟਸ ਕਿੱਥੇ ਖੜੇ ਨੇ? ਨਹੀਂ, ਸਟੂਡੈਂਟਸ ਹਮੇਸ਼ਾ ਪ੍ਰਾਇੋਰਟੀ ਹੈ ਬਿਕਾਜ਼ ਸਟੂਡੈਂਟਸ ਨੂੰ ਕੋਵਿਡ ਦੇ ਸਮੇਂ ਵਿੱਚ ਵੀ ਯੂਐਸ ਨੇ ਨਹੀਂ ਰੋਕਿਆ। ਯੂਐਸ ਬਿਲੀਵ ਕਰਦਾ ਕਿ ਇੰਟੈਲੈਕਟ ਇੰਪੋਰਟ ਦਾ ਸਾਧਨ ਹੈ ਜਿਹੜਾ ਸਟੂਡੈਂਟਸ ਆ। ਸੋ ਇਸ ਕਰਕੇ ਸਟੂਡੈਂਟਸ ਇੱਕ ਐਸੀ ਕੈਟਾਗਰੀ ਹੈ ਜਿਹਦੇ ਉੱਪਰ ਸਭ ਤੋਂ ਵੱਧ ਬੈਂਕ ਉਹ ਕਰਦੇ ਨੇ ਕਿ ਯੈਸ ਇਸ ਕੈਟਾਗਰੀ ਨੂੰ ਅਸੀਂ ਸਭ ਤੋਂ ਵੱਧ ਪ੍ਰਾਇੋਰਟੀ ਦਿੰਦੇ ਆ। ਸੋ ਸਟੂਡੈਂਟ ਵੀਕ ਮਨਾਇਆ ਜਾਂਦਾ ਹਰ ਸਾਲ ਇਸੇ ਕਰਕੇ ਕਿ ਉਦੋਂ ਵੀ ਐਪਲੀਕੇਸ਼ਨਸ ਬਹੁਤ ਚੰਗੇ ਤਰੀਕੇ ਨਾਲ ਖੋਲੀਆਂ ਜਾਂਦੀਆਂ ਹੈ। ਸੋ ਸਟੂਡੈਂਟਸ ਪ੍ਰਾਇੋਰਟੀ ਰਹਿਣਾ ਹੈ ਯੂਐਸ ਦੀ ਬਿਕਾਜ਼ ਯੂਐਸ ਦਾ ਜਿਹੜਾ ਡੀਐਨਏ ਹੈ, ਯੂਐਸ ਦਾ ਕਲਚਰ ਆ ਜਿਹੜਾ ਉਹਦੇ ਵਿੱਚ ਸਟੂਡੈਂਟ ਦੀ ਬਹੁਤ ਅਹਿਮ ਭੂਮਿਕਾ ਆ। ਔਰ ਜਿੰਨੇ ਵੀ ਅਸੀਂ ਅਗਰ ਲਾਈਕ ਜਿਹੜੇ ਸਾਡੇ ਸਟੂਡੈਂਟਸ ਹੀ ਆ ਜਿਹੜੇ ਗਾਂਹ ਹੋ ਕੇ ਕੰਪਨੀਜ਼ ਦੇ CEO ਬਣਦੇ ਆ, ਇਹੀ ਉਹ ਲੌਬੀ ਹੈ ਜਿਹੜੇ ਬਹੁਤ ਸਾਰੇ ਆਪਣੇ ਆਪ ਨੂੰ H1 ਦੇ ਵਿੱਚ ਐਸਟੈਬਲਿਸ਼ ਕਰਦੇ ਆ। ਔਰ ਲਾਈਕ ਯੂਐਸ ਦੀ ਇਕਨੋਮੀ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਬਿਕਾਜ਼ ਲੋਕਲਾਈਟਸ ਦੀ ਐਜੂਕੇਸ਼ਨ ਇਹਨਾਂ ਦੇ ਮੁਕਾਬਲੇ ਕਾਫੀ ਘੱਟ ਹੈ। ਸੋ 67% ਇੰਡੀਅਨਸ ਜਿਹੜੇ ਨੇ ਉਹ ਗ੍ਰੈਜੂਏਟ ਨੇ। ਔਰ ਜਿਹੜੇ ਸਾਡੇ ਸਟੂਡੈਂਟਸ ਨੇ ਇਹਨਾਂ ਦੀ ਇਨਕਮ ਜਿਹੜੇ ਇੰਡੀਅਨ ਗ੍ਰੈਜੂਏਟਸ ਨੇ ਇਹਨਾਂ ਦੀ ਇਨਕਮ ਲੋਕਲਸ ਦੇ ਨਾਲੋਂ ਆਲਮੋਸਟ ਡਬਲ ਹੈ। ਸੋ ਅੰਕੜੇ ਤੁਹਾਨੂੰ ਦੱਸਦੇ ਨੇ, ਐਸਟੈਬਲਿਸ਼ ਕਰਕੇ ਦੱਸਦੇ ਨੇ ਕਿ ਜਿਹੜੀ ਲਿਆਕਤ ਹੈ ਉਹ ਹਮੇਸ਼ਾ ਪੈਸਾ ਲਾਈਕ ਇਕੱਠਾ ਕਰਦੀ ਹੈ। ਸੋ ਸਾਡੇ ਸਟੂਡੈਂਟਸ ਇਹਨਾਂ ਦੀ ਬਹੁਤ ਜ਼ਿਆਦਾ ਪ੍ਰਾਇੋਰਟੀ ਆ ਔਰ ਇਸੇ ਕਰਕੇ ਯੂਐਸ ਨੇ ਸਟੂਡੈਂਟ ਦੀਆਂ ਐਪਲੀਕੇਸ਼ਨਸ ਨਹੀਂ ਰੋਕੀਆਂ। ਸੋ ਸਟੂਡੈਂਟਸ ਦੇ ਉੱਪਰ ਸਾਨੂੰ ਲਗਾਤਾਰ ਹਾਲੇ ਵੀ ਲਾਈਕ ਜਿਹੜੀਆਂ ਹੁਣ ਅਪਾਇੰਟਮੈਂਟਸ ਨੇ ਮਈ ਔਨਵਰਡਸ ਸਟੂਡੈਂਟਸ ਨੂੰ ਤਰੀਕਾਂ ਮਿਲ ਰਹੀਆਂ ਨੇ। ਸੋ ਮਈ ਦੇ ਵਿੱਚ ਵੀ ਨੇ, ਜੂਨ ਦੇ ਵਿੱਚ ਵੀ ਨੇ। ਸੋ ਫਰਦਰ ਜੁਲਾਈ, ਅਗਸਤ ਸੋ ਸਲੋਟਸ ਤੁਸੀਂ ਕਿਤੇ ਵੀ ਲੈ ਸਕਦੇ ਹੋ। ਸੋ ਅਵੇਲੇਬਿਲਿਟੀ ਕਾਫੀ ਰੈਗੂਲਰ ਹੋ ਗਈ। ਪਹਿਲਾਂ ਕੀ ਜਿਹੜੀ ਸਟੂਡੈਂਟਸ ਦੀ ਅਵੇਲੇਬਿਲਿਟੀ ਬਹੁਤ ਲੋ ਸੀਗੀ। ਸੋ ਸਟੂਡੈਂਟਸ ਨੂੰ ਅਵੇਲੇਬਿਲਿਟੀ ਵੀ ਨਹੀਂ ਹੈਗੀ ਸੀ ਬਿਕਾਜ਼ ਯੂਐਸ ਨੇ ਆਪਣੀਆਂ ਤਰੀਕਾਂ ਸਸਪੈਂਡ ਕੀਤੀਆਂ ਹੋਈਆਂ ਸੀ, ਅਪਾਇੰਟਮੈਂਟ ਸਸਪੈਂਡ ਕੀਤੀਆਂ ਹੋਈਆਂ ਹੈ। ਬਟ ਅਪ੍ਰੈਲ ਔਨਵਰਡਸ ਤੁਸੀਂ ਵੇਖੋਗੇ ਸਭ ਚੀਜ਼ਾਂ ਹੌਲੀ ਦਰੁਸਤ ਹੁੰਦੀਆਂ ਇਹ ਪਰਫੈਕਸ਼ਨ ਤੱਕ ਪਹੁੰਚ ਜਾਣਗੀਆਂ। ਵੈਰੀ ਨਾਈਸ। ਔਰ ਤੁਹਾਨੂੰ ਲੱਗਦਾ ਕਿ ਇਹ ਫਿਰ ਤੋਂ ਜਿਹੜੇ ਫੇਅਰਸ ਨੇ, ਕਿਰਾਏ ਨੇ, ਯੂਐਸ ਵੀ ਘਟਾਏਗਾ? ਨਹੀਂ, ਇਹ ਲਾਈਕ ਉਹ ਤਾਂ ਹੁਣ ਤੋਂ ਹੀ ਘਟ ਜਾਣੇ ਆ। ਤੁਸੀਂ ਵੇਖੋਗੇ ਅਗਰ ਤੁਸੀਂ ਟਿਕਟ ਸਰਚ ਕਰਦੇ ਸੀ, ਅਗਰ ਤੁਸੀਂ ਕੁਝ ਮਹੀਨਾ ਪਹਿਲਾਂ ਟਿਕਟ ਸਰਚ ਕਰਦੇ ਸੀ ਤੁਹਾਨੂੰ ਪ੍ਰਾਈਸ ਕਾਫੀ ਵੱਧ ਮਿਲਦਾ ਸੀ। ਅਗਰ ਹੁਣ ਤੁਸੀਂ ਸਰਚ ਕਰੋਗੇ, ਹਾਲੇ ਕੱਲ ਤੋਂ ਓਪਨ ਹੋਈਆਂ ਨੇ, ਪਰਸੋਂ ਤੋਂ 27 ਤਰੀਕ ਤੋਂ। ਸੋ ਪਰਸੋਂ 27 ਤਰੀਕ ਤੋਂ ਇੰਡੀਆ ਦੀਆਂ ਆਲ ਇੰਟਰਨੈਸ਼ਨਲ ਫਲਾਈਟਸ ਓਪਨ ਹੋ ਗਈਆਂ। ਸੋ ਤੁਸੀਂ ਹੁਣ ਤੋਂ ਅਗਰ ਫੇਅਰ ਸਰਚ ਕਰੋਗੇ ਤੁਹਾਨੂੰ ਹਾਫ ਪ੍ਰਾਈਸਿਸ ਹੁਣੇ ਦਿਸਣ ਲੱਗ ਜਾਣੇ ਆ। ਸੋ ਟਿਕਟਾਂ ਦੇ ਬਹੁਤ ਜ਼ਿਆਦਾ ਫਰਕ ਪੈਣਾ ਔਰ ਇਹ ਇੰਡਸਟਰੀ ਬਹੁਤ ਸੈਂਸਿਟਿਵ ਆ। ਟੂਰਿਜ਼ਮ ਜਿਹੜੀ ਇੰਡਸਟਰੀ ਆ ਜਾਂ ਲਾਈਕ ਜਿਹੜੀ ਵੀਜ਼ਾ ਇੰਡਸਟਰੀ ਆ ਬਹੁਤ ਸੈਂਸਿਟਿਵ ਆ। ਇਹ ਨਿੱਕੀ ਦੀ ਚੀਜ਼ ਨਾਲ ਬਹੁਤ ਕੁਇਕਲੀ ਇਫੈਕਟ ਹੁੰਦੀ ਆ ਤੇ ਇੱਕਦਮ ਬ੍ਰੇਕ ਲੱਗ ਜਾਂਦੀ ਹੈ। ਸੋ ਇਸੇ ਤਰੀਕੇ ਨਾਲ ਜਦੋਂ ਨਿੱਕਾ ਜਿਹਾ ਇਹਨੂੰ ਇਗਨੀਸ਼ਨ ਚਾਹੀਦਾ ਹੈ ਤੁਸੀਂ ਵੇਖੋਗੇ ਇੱਕਦਮ ਲਾਈਕ ਐਸੇ ਸਮੇਂ ਦੇ ਵਿੱਚ ਵੀ ਤੁਸੀਂ ਅਗਰ ਇੰਡੀਆ ਦੇ ਵਿੱਚ ਵੀ ਵੇਖੋਗੇ ਤੇ ਤੁਹਾਨੂੰ ਸਾਰੇ ਹੋਟਲਸ ਬੁੱਕ ਮਿਲਣਗੇ। ਸੋ ਇਹ ਬਹੁਤ ਸੈਂਸਿਟਿਵ ਆ। ਜਿੱਡੀ ਕੁਇਕਲੀ ਇਹ ਲਾਈਕ ਬੰਦ ਹੁੰਦੀ ਆ ਓਡੀ ਕੁਇਕਲੀ ਇੱਕਦਮ ਐਕਸਪੈਂਡ ਕਰਦੀ ਆ। ਸੋ ਇਸ ਇੰਡਸਟਰੀ ਦੇ ਵਿੱਚ ਤਾਂ ਹੀ ਕੈਪੈਸਿਟੀ ਹੈ ਕਿਸੇ ਵੀ ਮੁਲਕ ਦੀ ਇਕਨੋਮੀ ਨੂੰ ਮੋਬਿਲਾਈਜ਼ ਕਰਨ ਦੀ, ਫਲੈਕਸੀਬਿਲਿਟੀ ਆ। ਯੈਸ, ਸੋ ਬਹੁਤ ਵੱਡੀ ਇੰਡਸਟਰੀ ਹੈ। ਸੋ ਆਬਵੀਅਸਲੀ ਹੁਣ ਇਹ ਪੋਜ਼ਿਟਿਵ ਹੈ ਸਾਰਾ ਕੁਝ ਐਂਡ ਵੀ ਬਿਲੀਵ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਪੋਜ਼ਿਟਿਵਿਟੀ ਬਣੀ ਰਹੇ। ਸ਼ੋਰ, ਇੱਕ ਚੀਜ਼ ਇਹਦੇ 'ਚ ਆਉਂਦੀ ਹੈ ਕਿ ਸਟੂਡੈਂਟਸ ਨੂੰ ਲੈ ਕੇ, ਕਿਉਂਕਿ ਇੱਕ ਪੁਆਇੰਟ ਆਫ ਵਿਊ ਹਮੇਸ਼ਾ ਰਹਿੰਦਾ ਹੈ ਕਿ ਸਟੂਡੈਂਟਸ ਦੀਆਂ ਜਿਹੜੀਆਂ ਫੀਸਿਸ ਨੇ ਉਹ ਵੀ ਫਲਕਚੁਏਟ ਕਰਦੀਆਂ ਨੇ। ਤਾਂ ਇਸ ਟਾਈਮ ਤੁਹਾਨੂੰ ਕੀ ਲੱਗਦਾ ਹੈ ਯੂਨੀਵਰਸਿਟੀਜ਼ ਆਪਣੇ ਵੱਲ ਅਟਰੈਕਟ ਕਰਨ ਵਾਸਤੇ ਹੋਰ ਸਟੂਡੈਂਟਸ ਨੂੰ ਫੀਸਿਸ ਡਾਊਨ ਕਰਨਗੀਆਂ ਜਾਂ ਫੀਸਿਸ ਅਪ ਜਾਣਗੇ? ਕਿਉਂਕਿ ਇਸ ਵਕਤ ਜੋ ਸਿਨੈਰੀਓ ਬਣਿਆ ਹੋਇਆ ਪੂਰੇ ਵਰਲਡ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੇ ਬਿਕਾਜ਼ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਨਾ ਇਹ ਉਹ ਕਮਿਊਨਿਟੀ ਆ ਜਿਹੜੀ ਹਾਈ ਪੇਇੰਗ ਆ। ਯਾ ਬਿਕਾਜ਼ ਅਗਰ ਲੋਕਲ ਦੀ ਫੀਸ 4000 ਹੈ ਤੇ ਇੰਟਰਨੈਸ਼ਨਲ ਸਟੂਡੈਂਟ ਦੀ 40000 ਫੀਸ ਹੈ।
ਸੋ ਆਬਵੀਅਸਲੀ ਇਹਦੇ ਵਿੱਚ ਬਹੁਤ ਜ਼ਿਆਦਾ ਰਹਿਮ ਨਹੀਂ ਹੁੰਦਾ ਬਿਕੋਜ਼ ਇਹ ਕਮਾਈ ਦਾ ਜਰੀਆ ਆ, ਬਹੁਤ ਜ਼ਿਆਦਾ ਰਹਿਮ ਨਹੀਂ ਹੈਗਾ ਇਹਨਾਂ ਵਿੱਚ। ਹਾਂ, ਯੂਨੀਵਰਸਿਟੀ ਸਕਾਲਰਸ਼ਿਪ ਜ਼ਰੂਰ ਦਿੰਦੀਆਂ ਨੇ ਸਟੂਡੈਂਟਸ ਨੂੰ, ਜਿਹੜੇ ਚੰਗੇ ਅਕੈਡਮਿਕ ਐਕਸੀਲੈਂਸ ਵਾਲੇ ਸਟੂਡੈਂਟਸ ਨੇ। ਸੋ ਉਹਨਾਂ ਦੀ ਫੀਸ ਘੱਟ ਕੇ ਆ ਜਾਂਦੀ ਆ। ਸੋ ਉਹ ਸਕਾਲਰਸ਼ਿਪਸ ਦੋ ਤਰ੍ਹਾਂ ਦੀਆਂ ਨੇ। ਸੋ ਇੱਕ ਹੈਗੀਆਂ ਕਿ ਰਿਕਰੂਟਮੈਂਟ ਦੀਆਂ ਸਕਾਲਰਸ਼ਿਪਸ, ਕਿ ਜਦੋਂ ਅਸੀਂ ਇਸ ਟਾਈਮ ਦੇ ਉੱਪਰ ਅਸੀਂ ਭਰਤੀ ਕਰਨ ਜਾ ਰਹੇ ਹਾਂ ਸਟੂਡੈਂਟਸ ਨੂੰ, ਔਰ ਸਾਨੂੰ ਲੱਗਦਾ ਕਿ ਅਸੀਂ ਥੋੜਾ ਬਹੁਤ ਡਿਸਕਾਊਂਟ ਆਫਰ ਕਰੀਏ ਤੇ ਸਟੂਡੈਂਟ ਸਾਡੇ ਕੋਲ ਜ਼ਿਆਦਾ ਆ ਜਾਣਗੇ। ਸੋ ਇਹ ਹੈਗੀਆਂ ਜਿਹਨੂੰ ਅਸੀਂ ਕਹਿੰਦੇ ਆ ਲਾਈਕ ਰਿਕਰੂਟਮੈਂਟ ਸਕਾਲਰਸ਼ਿਪਸ, ਕਿ ਤੁਸੀਂ ਕਹਿ ਰਹੇ ਹੋ ਕਿ ਅਗਰ ਸਾਡੇ ਕੋਲ ਅਪ੍ਰੈਲ ਦੇ ਵਿੱਚ ਅਗਰ ਕੋਈ ਸਟੂਡੈਂਟ ਆਂਦਾ ਆ ਤਾਂ ਅਸੀਂ ਉਹਨੂੰ $5,000 $10,000 ਹੀ ਸਕਾਲਰਸ਼ਿਪ ਦੇ ਦਾਂਗੇ। ਸੋ ਜਿਹੜੀ $30,000 ਫੀਸ ਉਹਦੀ 20,000 ਰਹਿ ਜਾਏਗੀ ਜਾਂ 15,000 ਰਹਿ ਜਾਏਗੀ ਜਾਂ 10,000 ਰਹਿ ਜਾਏਗੀ। ਸੋ ਦੂਸਰੀਆਂ ਹੈਗੀਆਂ ਅਕੈਡਮਿਕ ਐਕਸੀਲੈਂਸ ਸਕਾਲਰਸ਼ਿਪਸ। ਸੋ ਉਹ ਤਕਰੀਬਨ ਹੁੰਦੀਆਂ ਕਿ ਜਿਹੜੇ ਸਟੂਡੈਂਟ ਆਊਟਸਟੈਂਡਿੰਗ ਪਰਫਾਰਮ ਕਰਦੇ ਆ, ਸੋ ਉਹਨਾਂ ਦੀਆਂ ਯੈਸ ਅਗਲੀਆਂ ਫੀਸਾਂ ਘਟ ਜਾਂਦੀਆਂ ਬਿਕਾਜ਼ ਉਹਨਾਂ ਨੇ ਯੂਨੀਵਰਸਿਟੀ ਦਾ ਨਾਮ ਵੀ ਰੋਸ਼ਨ ਕਰਨਾ ਹੁੰਦਾ ਹੈ। ਸਟੂਡੈਂਟ ਕੱਲ ਨੂੰ ਪ੍ਰਾਊਡ ਸਟੂਡੈਂਟ ਅਲਮਨੀ ਬਣਦਾ ਉਸ ਯੂਨੀਵਰਸਿਟੀ ਦਾ, ਔਰ ਉਹਦੇ ਨਾਲ ਐਸੋਸੀਏਸ਼ਨ ਵੀ ਯੂਨੀਵਰਸਿਟੀ ਦੇ ਹਮੇਸ਼ਾ ਰੱਖਣੀ ਹੁੰਦੀ ਬਿਕਾਜ਼ ਅਲਟੀਮੇਟਲੀ ਸੈਲਿੰਗ ਐਵਰੀਵੇਅਰ। ਸੋ ਪ੍ਰਮੋਸ਼ਨ ਦਾ ਹਿੱਸਾ ਆ ਇਹ। ਸੋ ਇਸ ਕਰਕੇ ਸੋ ਅਕੈਡਮਿਕ ਸਕਾਲਰਸ਼ਿਪਸ ਵੀ ਬਹੁਤ ਪਪੂਲਰ ਨੇ ਔਰ ਸਾਡੇ ਸਟੂਡੈਂਟਸ ਬਹੁਤ ਸਾਰੀਆਂ ਲੈਂਦੇ ਨੇ। ਇਸ ਤੋਂ ਇਲਾਵਾ ਅਲੱਗ-ਅਲੱਗ ਸਕਾਲਰਸ਼ਿਪ ਯੂਨੀਵਰਸਿਟੀ ਦੀਆਂ ਹੁੰਦੀਆਂ ਨੇ, ਕੋਈ ਕਿਸੇ ਚੇਅਰ ਦੇ ਨਾਮ ਤੇ ਆ, ਕੋਈ ਕਿਸੇ ਪ੍ਰੋਗਰਾਮ ਦੇ ਨਾਮ ਤੇ ਆ, ਕੋਈ ਕਿਸੇ ਰਿਸਰਚ ਦੇ ਨਾਮ ਤੇ ਆ। ਸੋ ਉਹ ਲਾਈਕ ਜਿਹੜੀਆਂ ਅਨਾਉਂਸ ਨਹੀਂ ਹੁੰਦੀਆਂ। ਸੋ ਬੇਸਿਕਲੀ ਸਭ ਤੋਂ ਪਪੂਲਰ ਜਿਹੜੀਆਂ ਦੋ ਸਕਾਲਰਸ਼ਿਪਸ ਨੇ ਔਰ ਸਟੂਡੈਂਟਸ ਨੂੰ ਇਹਦਾ ਫਾਇਦਾ ਇਸ ਵਾਰੀ ਜ਼ਰੂਰ ਮਿਲਣ ਵਾਲਾ ਹੈ। ਸੋ ਇੱਕ ਚੀਜ਼ ਇਹਦੇ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਜੋ ਅਮਰੀਕਾ ਦਾ ਐਜੂਕੇਸ਼ਨ ਸਿਸਟਮ ਹੈ, ਜੋ ਇੰਡੀਆ ਦਾ ਐਜੂਕੇਸ਼ਨ ਸਿਸਟਮ ਹੈ, ਅਗਰ ਆਪਾਂ ਇੱਕ ਕੇਸ ਸਟੱਡੀ ਲੈ ਕੇ ਇੱਕ ਕੰਪੈਰੀਟਿਵ ਸਟੱਡੀ ਲੈਣੀ ਹੋਵੇ ਤਾਂ ਹਾਊ ਇਟ ਇਜ਼ ਬੈਟਰ, ਕਿ ਜੋ ਅਮਰੀਕਾ ਦਾ ਬੈਟਰ ਹੈ ਐਜੂਕੇਸ਼ਨ ਸਿਸਟਮ ਇੰਡੀਆ ਨਾਲੋਂ, ਇਹਦੇ ਬਾਰੇ ਕੁਝ ਐਕਸਪਲੇਨ ਕਰ ਸਕਦੇ ਹੋ? ਨਹੀਂ, ਬਹੁਤ ਸਧਾਰਨ ਹੈ ਸਮਝਣਾ ਇਸ ਚੀਜ਼ ਨੂੰ ਬਿਕਾਜ਼ ਦੇਖੋ ਸਾਡੇ ਇੱਥੇ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਬਹੁਤ ਜ਼ਿਆਦੀਆਂ ਪੁਰਾਣੀਆਂ ਨਹੀਂ ਹੈਗੀਆਂ। ਸੋ ਸਾਨੂੰ ਆਜ਼ਾਦ ਹੋਏ ਨੂੰ ਹਾਲੇ ਬਹੁਤਾ ਸਮਾਂ ਨਹੀਂ ਹੋਇਆ, 70 years plus, ਰਾਈਟ। ਸੋ ਤੁਸੀਂ ਦੇਖੋ ਅਗਰ ਯੂਨੀਵਰਸਿਟੀ ਬਣੀ ਕੋਈ ਜ਼ਿਆਦਾ ਤੋਂ ਜ਼ਿਆਦਾ 70 ਸਾਲ ਪੁਰਾਣੀ ਯੂਨੀਵਰਸਿਟੀ ਹੋਏਗੀ। ਸੋ ਫਰਦਰ ਅਸੀਂ ਇੱਕ ਡਿਵੈਲਪਿੰਗ ਕੰਟਰੀ ਆ ਜਿੱਥੇ ਸਾਡੀ ਰੋਜ਼ਮਰਿਆ ਦੀ ਸੜਕ ਟੁੱਟੀ, ਨਾਲੀ ਟੁੱਟੀ, ਕੁਛ ਨਾ ਕੁਛ ਇਦਾਂ ਦਾ ਬਣਦਾ ਹੈ, ਸਮੱਸਿਆ ਹੈ। ਸੋ ਡਿਵੈਲਪਿੰਗ ਕੰਟਰੀ ਦਾ ਮਤਲਬ ਹੁੰਦਾ ਕਿ ਅਸੀਂ ਆਪਣਾ ਬੇਸਿਕ ਇਨਫਰਾਸਟ੍ਰਕਚਰ ਗਰੋ ਕਰ ਰਹੇ ਹਾਂ। ਸ਼ੋਰ। ਜਿੰਨੀਆਂ ਯੂਨੀਵਰਸਿਟੀਜ਼ ਨੇ ਇਹ ਸਾਰੀਆਂ ਬੇਸਿਕਲੀ ਉਸ ਕੈਟਾਗਰੀ ਚ ਆਉਂਦੀਆਂ ਨੇ ਜਿਹਨੂੰ ਅਸੀਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਕਹਿੰਦੇ ਆ। ਬਿਲਕੁਲ। ਇੱਥੇ ਤੁਹਾਡੀ ਸੁਸਾਇਟੀ ਬਣਦੀ ਆ, ਉਸ ਸੁਸਾਇਟੀ ਫॉर ਪ੍ਰੋਫਿਟ ਯੂਨੀਵਰਸਿਟੀ ਰਨ ਨਹੀਂ ਕਰੇਗੀ। ਹਾਲਾਂਕਿ ਉਹ 'ਚ ਪੈਸੇ ਕੱਢਣ ਦੇ ਫਾਰਮੂਲੇ ਲੱਗ ਨੇ ਬਟ ਉਹਦਾ ਮੋਟਿਵ ਪ੍ਰੋਫਿਟ ਮੇਕਿੰਗ ਨਹੀਂ ਹੋ ਸਕਦਾ। ਸੋ ਉਹ ਅਗਰ ਪ੍ਰੋਫਿਟ ਮੇਕਿੰਗ ਰੱਖਦੀ ਹੈ, ਅਗਰ ਪ੍ਰੋਫਿਟਸ ਜਨਰੇਟ ਕਰਦੀ ਆ, ਉਹ ਟੈਕਸੇਬਲ, ਉਹ ਫਿਰ ਉਹ ਤੇ ਬਹੁਤ ਜ਼ਿਆਦਾ ਟੈਕਸਸ ਲੱਗਦੇ ਆ। ਸੋ ਅਲਟੀਮੇਟਲੀ ਯੂਨੀਵਰਸਿਟੀ ਨੀਡ ਟੂ ਸਪੈਂਡ ਮਨੀ। ਜਿਹੜਾ ਪੈਸਾ ਸਪੈਂਡ ਕਰਦੇ ਆ ਉਹ ਇੰਡੀਆ ਦੇ ਵਿੱਚ ਅਨਫੋਰਚੂਨੇਟਲੀ ਜਿੱਦਾਂ ਸਪੋਜ਼ ਇੱਕ ਯੂਨੀਵਰਸਿਟੀ ਦਾ ਕੈਂਪਸ ਆ 10 ਏਕੜ ਦਾ 20 ਏਕੜ ਦਾ, ਯੂਨੀਵਰਸਿਟੀ ਕੋ ਪੈਸੇ ਆਏ 10 ਏਕੜ ਹੋਰ ਲੈ ਲਈ, ਹੋਰ ਪੈਸੇ ਆਏ 50 ਏਕੜ ਬਣ ਗਏ, ਹੋਰ ਪੈਸੇ ਆਏ ਹੋਰ ਜ਼ਮੀਨ ਲੈ ਲਈ। ਸੋ ਇਹ ਹਾਲੇ ਐਕਸਪੈਂਸ਼ਨ ਦੇ ਉੱਪਰ ਆ। ਸੋ ਇੱਕ ਸਮਾਂ ਆ ਗਿਆ ਜਦੋਂ ਕਹਿਤਾ ਕਿ ਨਹੀਂ ਜ਼ਮੀਨ ਬਹੁਤ ਹੋ ਗਈ, ਇਸ ਤੋਂ ਵੱਧ ਸਾਨੂੰ ਲੋੜ ਨਹੀਂ ਹੈਗੀ। ਓਕੇ, ਫਿਰ ਕੀ ਆ, ਇੱਥੇ ਇੱਕ ਨਵਾਂ ਹੋਸਟਲ ਬਣ ਗਿਆ, ਇੱਥੇ ਆਡੀਟੋਰੀਅਮ ਬਣ ਗਿਆ, ਇੱਥੇ ਲਾਇਬ੍ਰੇਰੀ ਬਿਲਡਅਪ ਹੋ ਗਈ, ਇੱਥੇ ਨਵਾਂ IT ਕੈਂਪ ਬਣ ਗਿਆ, ਇੱਥੇ ਨਵੀਂ ਐਡਮਿਨ ਕੰਪਲੈਕਸ ਬਣ ਗਿਆ। ਸੋ ਅਸੀਂ ਨਿਰੰਤਰ ਲਗਾਤਾਰ ਜਿਹੜਾ ਪੈਸਾ ਸਪੈਂਡ ਕਰਦੇ ਆ ਉਹ ਬੇਸਿਕ ਇਨਫਰਾਸਟ੍ਰਕਚਰ ਨੂੰ ਕੱਲਾ ਗਰੋ ਕਰਨ ਲਈ ਕਰਦੇ ਆ। ਵੇਅਰਐਸ ਤੁਸੀਂ ਅਗਰ ਬਾਹਰ ਦੀਆਂ ਯੂਨੀਵਰਸਿਟੀਜ਼ ਵੇਖੋਗੇ, ਕੋਈ 200 ਸਾਲ ਪੁਰਾਣੀ, ਕੋਈ 250 ਸਾਲ ਪੁਰਾਣੀ, ਕੋਈ 150 ਸਾਲ ਪੁਰਾਣੀ, ਉਹ ਇਸ ਸਾਰੀ ਪ੍ਰਕਿਰਿਆ ਚੋਂ ਲੰਘ ਚੁੱਕੇ ਆ। ਡਿਵੈਲਪਡ ਕੰਟਰੀ ਦਾ ਮਤਲਬ ਹੁੰਦਾ ਕਿ ਉੱਥੇ ਇੱਕ ਇੱਟ ਵੀ ਇੱਥੋਂ ਚੱਕ ਕੇ ਇਦਾਂ ਰੱਖਣ ਵਾਲੀ ਨਹੀਂ ਹੈਗੀ ਡਿਵੈਲਪਮੈਂਟ ਦੇ ਨਾਮ ਤੇ। ਡਿਵੈਲਪਿੰਗ ਦਾ ਮਤਲਬ ਆ ਕਿ ਸਾਡੀ ਰੋਜ਼ਮਰਿਆ ਦੀ ਡਿਵੈਲਪਮੈਂਟ ਕੁਝ ਨਾ ਕੁਝ ਅਸੀਂ ਬਣਾ ਰਹੇ ਹਾਂ, ਕੁਝ ਛੋੜ ਰਹੇ ਹਾਂ, ਕੋਈ ਭੰਨ ਰਹੇ, ਕੋਈ ਜਨਰੇਟ ਕਰ ਰਹੇ ਹਾਂ। ਸੋ ਉਹ ਯੂਨੀਵਰਸਿਟੀਜ਼ ਜਿਹੜੀਆਂ ਪੈਸਾ ਸਪੈਂਡ ਕਰਦੀਆਂ ਨੇ ਰਿਸਰਚ ਦੇ ਵਿੱਚ ਉੱਪਰ, R&D ਦੇ ਉੱਪਰ, ਰਿਸਰਚ ਐਂਡ ਡਿਵੈਲਪਮੈਂਟ ਦੇ ਉੱਪਰ ਸਭ ਤੋਂ ਵੱਧ ਪੈਸਾ ਖਰਚਾ ਕੀਤਾ ਜਾਂਦਾ ਹੈ ਬਿਕਾਜ਼ ਇਹ ਇੱਕ ਐਸਾ ਡਿਪਾਰਟਮੈਂਟ ਆ ਜਿਹਦੇ ਉੱਪਰ ਤੁਸੀਂ ਪੈਸਾ ਕੈਲਕੂਲੇਟ ਨਹੀਂ ਕਰ ਸਕਦੇ। ਸੋ ਬਹੁਤ ਸਾਰੀਆਂ ਤੁਸੀਂ ਪੁੱਠੀਆਂ ਸਿੱਧੀਆਂ ਵੀ ਤੁਸੀਂ ਰਿਸਰਚ ਵੇਖੀਆਂ ਹੋਣਗੀਆਂ, ਆਦਮੀ ਪੈਗ ਪੀਏ ਰੋਜ਼ ਤੇ ਉਹਦੀ ਉਮਰ ਇੰਨੇ ਸਾਲ ਵੱਧ ਜਾਂਦੀ ਹੈ। ਤੁਸੀਂ ਸੋਚੋ ਰਿਸਰਚ ਕਰਨ ਲਈ ਲਗਾਤਾਰ ਕਿੰਨੇ ਲੋਕਾਂ ਨੂੰ ਕਿੰਨੇ ਸਾਲ ਕਮ ਸੇ ਕਮ ਦਾਰੂ ਹੀ ਵੰਡੀ ਹੋਏਗੀ। ਸੋ R&D ਕੰਟੀਨਿਊਸ ਪ੍ਰੋਸੈਸ ਆ ਔਰ R&D ਟੂਵਰਡਸ ਅ ਸਬਜੈਕਟ ਆ, ਇੱਕ ਸਬਜੈਕਟ ਦੇ ਉੱਪਰ R&D ਹੋ ਰਹੀ ਆ ਔਰ ਮੁੜ ਕੇ ਉਸ ਰਿਸਰਚ ਨੂੰ ਸਬਜੈਕਟ ਦੇ ਵਿੱਚ ਇਨਕਲੂਡ ਕਰ ਲਿਆ ਜਾਂਦਾ ਹੈ, ਜਿਹਦਾ ਕਰਕੇ ਸਾਨੂੰ ਅਪਡੇਟਡ ਐਜੂਕੇਸ਼ਨ ਕਹਿੰਦੇ ਆ। ਹਾਂਜੀ, ਸੋ ਸਾਡੀਆਂ ਹੁਣ MBA ਵਰਗੀਆਂ ਡਿਗਰੀਜ਼ ਆ, ਇਹ ਸਾਡੀਆਂ ਇੱਥੋਂ ਦੀਆਂ ਡਿਗਰੀਜ਼ ਨਹੀਂ ਹੈਗੀਆਂ, ਬੇਸਿਕਲੀ US ਬੋਰਨ ਡਿਗਰੀ ਹੈ। MBA ਦਾ ਓਰੀਜਨ ਹੀ US ਵਿੱਚ ਹੋਇਆ ਸੀ ਕਿਉਂਕਿ ਸਾਡੇ ਇੱਥੋਂ ਪਹਿਲਾਂ ਕੰਮ ਕਰਨ ਦਾ ਤਰੀਕਾ ਕੀ ਸੀ, ਅਪ੍ਰੈਂਟਿਸਸ਼ਿਪ ਸੀ ਕਿ ਤੁਸੀਂ ਅਗਰ ਕੋਈ ਕੰਮ ਕਰ ਸਿੱਖਣਾ, ਕਿਸੇ ਨਾਲ 10 ਸਾਲ ਲਾ ਲਓ, 2 ਸਾਲ ਲਾ ਲਓ, ਤੁਹਾਨੂੰ ਉਹਦੇ ਕੰਮ ਦੇ ਗੁਣ ਆ ਜਾਣਗੇ, ਬਰੀਕੀਆਂ ਆ ਜਾਣਗੀਆਂ, ਬਹੁਤ ਬਰੀਕੀਆਂ ਉਹ ਨਹੀਂ ਦੱਸੇਗਾ, ਹਾਲੇ ਵੀ ਉਹ ਗੁਣ ਨਹੀਂ ਗੁਰੂ ਦਿੰਦਾ ਹੁੰਦਾ, ਕੁਛ ਇਦਾਂ ਦੀਆਂ ਸਟੋਰੀਜ਼ ਅਸੀਂ ਸੁਣੀਆਂ ਆ। ਬਟ ਇਸ ਸਾਰੀ ਚੀਜ਼ ਨੂੰ ਜੋ ਅਸੀਂ ਨਹੀਂ ਕਰ ਪਾਏ, US ਨੇ ਐਜੂਕੇਸ਼ਨ ਦੇ ਵਿੱਚ ਬੰਨਤਾ ਵੀ ਕੋਈ ਵੀ ਵਪਾਰ ਕਰਨਾ ਉਹਦੇ ਆਹ ਫਾਰਮੂਲੇ ਨੇ। ਓਕੇ, ਫਾਈਨਾਂਸ ਇਦਾਂ ਮੈਨੇਜ ਕਰੋ,
ਉਹਦੇ 'ਚ ਜਿਹੜੀ ਹਿਊਮਨ ਰਿਸੋਰਸ ਆ ਉਹਨੂੰ ਵੀ ਉਹਨਾਂ ਨੇ ਐਸੈਟ ਮੰਨਿਆ, ਰਾਈਟ। ਸੋ ਇਸੇ ਤਰੀਕੇ ਨਾਲ ਫਾਈਨੈਂਸ਼ੀਅਲ ਮੈਨੇਜਮੈਂਟ, ਮਾਰਕੀਟਿੰਗ, ਹਰ ਇੱਕ ਚੀਜ਼ ਦਾ ਅਲੱਗ-ਅਲੱਗ ਡਿਪਾਰਟਮੈਂਟ ਲਾਤਾ ਉਹਨਾਂ ਨੇ। ਸੋ ਇਹਨੂੰ ਐਜੂਕੇਸ਼ਨ ਦਾ ਰੂਪ ਦੇ ਦਿੱਤਾ। ਇਹ ਬਹੁਤ ਸਾਰੀ R&D ਤੋਂ ਬਾਅਦ ਪੋਸੀਬਲ ਹੋਇਆ। ਸੋ ਇਹ ਟੁਵਰਡਸ ਦਾ ਸਬਜੈਕਟ ਆ। ਸੋ ਇਸੇ ਕਰਕੇ ਇਹ ਬਹੁਤ ਵੱਡਾ ਡਿਫਰੈਂਸ ਹੈ ਕਿ ਜਿਹੜੀ ਸਾਡੀ ਐਜੂਕੇਸ਼ਨ ਆ, ਅਸੀਂ ਵੇਖੋ ਸਾਡੀ ਐਜੂਕੇਸ਼ਨ ਪਾਲਿਸੀ ਹੁਣ ਰਿਵਾਈਜ਼ ਹੋਣ ਜਾ ਰਹੀ ਹੈ। ਹੁਣ ਤੁਸੀਂ ਵੇਖੋ ਲਗਾਤਾਰ ਨੋਟਿਸ ਆ ਗਏ, ਨੋਟੀਫਿਕੇਸ਼ਨਸ ਆ ਰਹੀਆਂ ਨੇ ਕਿ ਬੋਰਡ ਸਾਂਝੇ ਹੋ ਜਾਣੇ, ਬੋਰਡ ਭੰਗ ਕਰ ਦਿੱਤੇ ਜਾਣੇ, ਫੇਲ ਨਹੀਂ ਕਰਨਾ, ਇੱਥੋਂ ਤੱਕ ਦੀ ਐਜੂਕੇਸ਼ਨ ਦਾ ਕਾਮਨ ਸਭ ਯੂਨੀਵਰਸਿਟੀ ਦਾ ਇੱਕੋ ਟੈਸਟ ਹੋਏਗਾ। ਸੋ ਇੱਕੋ ਜੀ ਕੁਆਲੀਫਿਕੇਸ਼ਨ ਹੋਏਗੀ। ਸੋ ਜਿੱਦਾਂ ਬਾਹਰ ਹੈ ਕਿ ਤੁਸੀਂ ਪਹਿਲੇ ਸਾਲ ਦਾ ਤੁਹਾਨੂੰ ਸਰਟੀਫਿਕੇਟ ਮਿਲਦਾ ਹੈ, ਦੂਜੇ ਸਾਲ ਡਿਪਲੋਮਾ ਮਿਲਦਾ ਹੈ, ਤੀਸਰੇ ਸਾਲ ਐਡਵਾਂਸ ਡਿਪਲੋਮਾ ਮਿਲਦਾ ਹੈ, ਚੌਥੇ ਸਾਲ ਡਿਗਰੀ ਮਿਲਦੀ ਆ। ਸੋ ਸੇਮ ਚੀਜ਼ ਅਸੀਂ ਇੰਪਲੀਮੈਂਟ ਕਰਨ ਲੱਗ ਜਾ ਰਹੇ ਹਾਂ, ਬਿਕੋਜ਼ ਅੱਗੇ ਤੁਸੀਂ 2 ਸਾਲ ਯੂਨੀਵਰਸਿਟੀ ਡ੍ਰੌਪ ਆਊਟ ਕਰ ਲਿਆ, ਤੁਹਾਡੇ ਕੋਲ BA1 BA2 ਆ, ਉਹ ਕਿਤੇ ਕੰਮ ਨਹੀਂ ਆਉਂਦੇ, ਪਰ ਤੁਸੀਂ 2 ਸਾਲ ਕਾਲਜ ਲਾਏ ਸੀ। ਸੋ ਹੁਣ ਇੱਥੇ ਕੀ ਤੁਹਾਡੇ ਕੋਲ ਇੱਕ ਡਿਪਲੋਮਾ ਸਰਟੀਫਿਕੇਟ ਜ਼ਰੂਰ ਹੋਏਗਾ ਕਿ ਤੁਸੀਂ 2 ਸਾਲ ਡਿਪਲੋਮਾ ਕੀਤਾ ਆ। ਇਹ ਵੈਲਿਊ ਐਡੀਸ਼ਨ ਹੈ। ਸੋ ਇੰਡੀਆ ਟੋਟਲੀ ਆਪਣੀ ਐਜੂਕੇਸ਼ਨ ਪਾਲਿਸੀ ਰਿਵਾਈਜ਼ ਕਰਨ ਜਾ ਰਿਹਾ ਹੈ, ਚੇਂਜ ਕਰਨ ਜਾ ਰਿਹਾ ਹੈ, ਔਰ ਇਸੇ ਕਰਕੇ ਕਰਨ ਜਾ ਰਿਹਾ ਬਿਕੋਜ਼ ਸਾਨੂੰ ਦਿਸਦਾ ਆ ਕਿ ਇੱਥੇ ਕਮੀਆਂ ਕੀ ਨੇ। ਸੋ ਇਹਦਾ ਕੋਇਨ ਦਾ ਆਪਾਂ ਦੂਸਰੀ ਸਾਈਡ ਲੈਂਦੇ ਆ ਕਿ ਕਈ ਲੋਕ ਬਾਹਰੋਂ ਇੰਡੀਆ ਆਉਂਦੇ ਨੇ, ਐਜੂਕੇਸ਼ਨ ਵਾਸਤੇ ਵੀ ਆਉਂਦੇ ਨੇ, ਟੂਰਿਜ਼ਮ ਵਾਸਤੇ ਵੀ ਆਉਂਦੇ ਨੇ, ਕਈ ਮੈਡੀਕਲ ਟੂਰਿਜ਼ਮ ਵਾਸਤੇ ਵੀ ਆਉਂਦੀਆਂ ਨੇ। ਉਹਨਾਂ ਬਾਰੇ ਥੋੜਾ ਜਿਹਾ ਸਾਨੂੰ ਕਲੀਅਰ ਕਰੋ। ਬਹੁਤ ਸਾਰੇ ਜਿਹੜੇ ਤੁਸੀਂ ਵੇਖੋਗੇ ਲਾਈਕ ਜਿਹੜੀ UNESCO ਆ ਜਾਂ UNO ਆ, ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਐਜੂਕੇਸ਼ਨ ਦਾ ਮਿਸ਼ਨ ਚਲਾ ਰਹੀ ਹੈ। ਬਿਲਕੁਲ, ਸਪੈਸ਼ਲੀ ਜਿਹੜੇ ਲਾਈਕ ਕੈਰੀਬੀਅਨ ਵਾਲੇ ਹੋਗੇ ਜਾਂ ਜਿਹੜੇ ਅਫਰੀਕਨ ਕੰਟਰੀਜ਼ ਹੋਗੇ, ਉੱਥੋਂ ਸਟੂਡੈਂਟਸ ਯੈਸ ਸਾਡੇ ਇੱਥੇ ਸਟੂਡੈਂਟ ਬਹੁਤ ਆਉਂਦੇ ਆ। ਦੈਨ ਅਗਰ ਅਸੀਂ ਏਸ਼ੀਅਨ ਆਸੇ-ਪਾਸੇ ਦੀ ਗੱਲ ਕਰੀਏ, ਇੱਥੋਂ ਤੱਕ ਸਾਡੇ ਸਟੂਡੈਂਟਸ ਬਹੁਤ ਆਉਂਦੇ ਆ। ਔਰ ਆਬਵੀਅਸਲੀ ਹਰ ਕੋਈ ਬਿਹਤਰ ਹੀ ਵੇਖਦਾ, ਜਦੋਂ ਕਿਸੇ ਨੂੰ ਆਪਣੇ ਮੁਲਕ ਵਿੱਚ ਇਸ ਤੋਂ ਵੀ ਥੱਲੇ ਦੀ ਸਹੂਲਤ ਮਿਲਦੀ ਆ ਤੇ ਉਹਨਾਂ ਲਈ ਸਾਡੀ ਵੀ ਚਮਕ ਦਮਕ ਬਹੁਤ ਹੈ। ਸ਼ੋਰ ਦੂਸਰੀ ਚੀਜ਼ ਜਿਹੜੀ ਸਾਡੀ ਅਫੋਰਡੇਬਿਲਟੀ ਆ ਬਹੁਤ ਜ਼ਿਆਦੀ ਆ। ਤੀਸਰੀ ਚੀਜ਼ ਉਹਨਾਂ ਨੇ ਖੁਦ ਦੇ ਪੈਸੇ ਨਹੀਂ ਦੇਣੇ ਹੁੰਦੇ, ਉਹਨਾਂ ਨੂੰ UN ਫੰਡਡ ਆ। ਬਿਲਕੁਲ। ਸੋ ਇਸ ਕਰਕੇ ਇੰਡੀਆ ਇੱਕ ਪਪੂਲਰ ਡੈਸਟੀਨੇਸ਼ਨ ਹੌਲੀ-ਹੌਲੀ ਬਣਦਾ ਜਾ ਰਿਹਾ। ਕਿਸੇ ਸਮੇਂ ਦੇ ਵਿੱਚ ਅਸੀਂ ਵੀ ਐਜੂਕੇਸ਼ਨ ਪ੍ਰੋਵਾਈਡਰ ਵਾਲੀ ਭੂਮਿਕਾ ਵਿੱਚ ਆਉਣਾ ਚਾਹੁੰਦੇ ਆ। ਇਹ ਬਦਲਾਅ ਉਦਸੇ ਦੀ ਨਿਸ਼ਾਨੀ ਹੈ। ਔਰ ਮੈਡੀਕਲ ਟੂਰਿਜ਼ਮ ਦੀ ਗੱਲ ਕਰੀਏ ਤਾਂ ਯੈਸ ਇੰਡੀਆ ਬਹੁਤ ਚੀਪ ਆ ਔਰ ਲਾਈਕ ਬਿਕੋਜ਼ ਇੰਸ਼ੋਰੈਂਸ ਕੰਪਨੀਆਂ ਨੇ ਬੜੇ ਲੰਬੇ ਸਮੇਂ ਤੋਂ ਇਹ ਰਸਤਾ ਲੱਭ ਲਿਆ ਕਿ ਜਿੰਨੇ ਪੈਸੇ ਵਿੱਚ ਇੱਕ ਮਰੀਜ਼ ਦੀ ਕੋਈ ਉੱਥੇ ਸਰਜਰੀ ਹੋਣੀ ਹੈ ਬਾਹਰਲੇ ਮੁਲਕ ਵਿੱਚ ਹੋਣੀ ਆ, ਉਹਨੂੰ ਅਗਰ ਇੰਡੀਆ ਆਉਣ ਜਾਣ ਦੀ ਟਿਕਟ, ਇੱਥੇ 5 ਸਟਾਰ ਹੋਟਲ ਦਾ ਰਹਿਣਾ ਸਹਿਣਾ, ਖਾਣਾ ਪੀਣਾ ਤੇ ਪਲੱਸ ਆਪਰੇਸ਼ਨ ਵੀ ਦੇ ਦਈਏ, ਫਿਰ ਸਸਤਾ ਪੈਂਦਾ ਆ। ਰਾਈਟ। ਸੋ ਇਸ ਕਰਕੇ ਮੈਡੀਕਲ ਟੂਰਿਜ਼ਮ ਕਾਫੀ ਗਰੋ ਹੋਇਆ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਰਿਵਰਸ ਡਾਇਰੈਕਸ਼ਨ ਹੈਗੀ ਆ। ਸਾਡੇ IT ਪ੍ਰੋਫੈਸ਼ਨਲ ਸਾਰੇ ਇੱਥੋਂ ਜਾਂਦੇ ਆ। ਸੋ ਇੰਡੀਆ ਦੇ ਵਿੱਚ ਲਾਈਕ ਕੈਪੈਸਿਟੀ ਹੈਗੀ ਆ, ਬਟ ਐਜ਼ ਏ ਜਦੋਂ ਅਸੀਂ ਗਲੋਬਲ ਲੀਡਰਸ਼ਿਪ ਦੀ ਗੱਲ ਕਰਦੇ ਆ, ਸੋ ਐਜ਼ ਏ ਡੈਸਟੀਨੇਸ਼ਨ ਅਸੀਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਆ। ਉਹਦੇ ਲਈ ਸਾਨੂੰ ਲੰਬਾ ਸਫ਼ਰ ਤੈਅ ਕਰਨਾ ਪਏਗਾ। ਚੰਗੀ ਚੀਜ਼ ਇਹ ਹੈ ਕਿ ਉਹਦੀ ਸ਼ੁਰੂਆਤ ਹੋਈ ਹੈ। ਬਿਲਕੁਲ। ਤੇ ਹੁਣ ਜਾਂਦੇ ਜਾਂਦੇ ਜੋ ਤੁਸੀਂ ਟਿਪਸ ਦਿੰਦੇ ਹੁੰਦੇ ਹੋ ਸਾਡੇ ਵੀਵਰਸ ਨੂੰ ਕਿ ਕਿਸ ਤਰ੍ਹਾਂ ਤੁਸੀਂ ਤਿਆਰੀ ਕਰੋ ਇੰਟਰਵਿਊ ਵਾਸਤੇ, ਕਿਸ ਤਰ੍ਹਾਂ ਤਿਆਰੀ ਕਰੋ ਤੁਸੀਂ ਬਾਹਰ ਜਾਣ ਦੀ, ਉਹ ਟਿਪਸ ਜ਼ਰੂਰ ਦਿਓ। ਦੋਸਤੋ ਅਗਰ ਐਪਲੀਕੇਸ਼ਨਸ ਲਾਉਣੀਆਂ ਚਾਹੁੰਦੇ ਹੋ, ਅਗਰ ਰੀਸੈਂਟ ਸਮੇਂ ਤੁਹਾਡੀਆਂ ਐਪਲੀਕੇਸ਼ਨ ਕਿਤੇ ਰਿਫਿਊਜ਼ ਹੋਈਆਂ, ਖਾਸ ਕਰਕੇ ਕੈਨੇਡਾ ਤੋਂ, ਤੇ ਤੁਹਾਨੂੰ ਘਬਰਾਉਣ ਵਾਲੀ ਲੋੜ ਨਹੀਂ। ਕੈਨੇਡਾ ਦਾ ਬਹੁਤ ਸਾਰਾ ਰਿਫਿਊਜ਼ਲ ਜਿਹੜਾ ਪਿਛਲੇ ਬੈਕਲੌਗ ਕਰਕੇ ਹੋਇਆ ਹੈ। ਬਹੁਤ ਸਾਰੀਆਂ ਐਪਲੀਕੇਸ਼ਨਸ ਨੂੰ ਫਾਈਲ ਕਰਨ ਦਾ ਤਰੀਕਾ ਬਦਲਿਆ ਆ। ਕੈਨੇਡਾ ਦੇ ਵਿੱਚ ਅਸਲ 'ਚ ਪਹਿਲਾਂ ਜਿਹੜੀ ਅਕੈਡਮਿਕ ਪ੍ਰੋਗਰੈਸ਼ਨ ਇੰਪੋਰਟੈਂਟ ਸੀ, ਹੁਣ ਕਰੀਅਰ ਪ੍ਰੋਗਰੈਸ਼ਨ ਵੀ ਇੰਪੋਰਟੈਂਟ ਆ। ਕਰੀਅਰ ਪ੍ਰੋਗਰੈਸ਼ਨ ਤੋਂ ਭਾਵ ਆ ਕਿ ਜਿਹੜੇ ਮੈਚੁਰ ਸਟੂਡੈਂਟਸ ਆ, ਜਿਨ੍ਹਾਂ ਦੇ ਗੈਪਸ ਆ, ਉਹਨਾਂ ਨੂੰ ਜਿਸ ਤਰੀਕੇ ਨਾਲ ਪਹਿਲਾਂ ਵੀਜ਼ਾ ਲਏ ਜਾਂਦੇ ਸੀ, ਹੁਣ ਨਹੀਂ ਮਿਲਦੇ। ਸੋ ਆਪਣੀਆਂ ਐਪਲੀਕੇਸ਼ਨਸ ਉੱਪਰ ਤੁਹਾਨੂੰ ਐਡੀਸ਼ਨਲ ਤਰੀਕੇ ਨਾਲ ਕੰਮ ਕਰਨਾ ਪਏਗਾ। ਬਾਕੀ ਇਹ ਬੈਸਟ ਸਮਾਂ ਆ ਕਿਸੇ ਵੀ ਮੁਲਕ ਨੂੰ ਅਪਲਾਈ ਕਰਨ ਦਾ। ਸੋ ਟਾਈਮ ਹੈਜ਼ ਕਮ, ਪੁੱਲ ਅਪ ਯਰ ਸੌਕਸ। ਇਸ ਤੋਂ ਬਿਹਤਰ ਸਮਾਂ ਪੂਰੇ ਸਾਲ ਦੇ ਵਿੱਚ ਨਹੀਂ ਆਉਂਦਾ ਹੁੰਦਾ, ਬਿਕੋਜ਼ ਇਨਟੇਕਸ ਵੀ ਜਿਹੜੀਆਂ ਸੈਪਟੰਬਰ ਦੀਆਂ ਇਨਟੇਕਸ ਆ ਉਹ ਰੈਡੀ ਨੇ। ਔਰ ਸਟੂਡੈਂਟਸ ਦੇ ਕੋਲ ਵੀ ਹੁਣੇ ਜਿਹੜੇ ਨਵੇਂ ਸਟੂਡੈਂਟਸ ਨੇ ਪਾਸ ਆਊਟ ਹੋਣਾ ਆ, ਉਹਨਾਂ ਨੇ ਵੀ ਆਪਣੇ ਡੈਸਟੀਨੇਸ਼ਨਸ ਲੱਭਣੇ ਆ। ਸੋ ਦਿਸ ਇਜ਼ ਦਾ ਫਾਈਨਲ ਟਾਈਮ, ਤੁਸੀਂ ਤਿਆਰੀ ਕਰ ਸਕਦੇ ਹੋ। ਔਰ ਇਨ ਕੇਸ ਕਿਸੇ ਚੀਜ਼ ਦੀ ਕੋਈ ਦਿੱਕਤ ਹੈ, ਤੁਸੀਂ ਸਾਨੂੰ ਕਮੈਂਟ ਲਿਖੋ, ਅਸੀਂ ਉਸ ਚੀਜ਼ ਨੂੰ ਵਾਪਸ ਤੁਹਾਨੂੰ ਅਗਲੇ ਸ਼ੋਅ ਦੇ ਵਿੱਚ ਉਸ ਚੀਜ਼ ਦਾ ਜਵਾਬ ਦੇਵਾਂਗੇ। ਸੋ ਸਰ ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਟਿਵ ਟਾਕ। ਸੋ ਸਾਡੇ ਦਰਸ਼ਕਾਂ ਨੂੰ, ਵੀਵਰਸ ਨੂੰ ਇਹ ਸਭ ਚੀਜ਼ਾਂ ਬਹੁਤ ਪਸੰਦ ਆਈਆਂ ਹੋਣਗੀਆਂ ਔਰ ਉਹਨਾਂ ਨੂੰ ਕਾਫੀ ਹੈਲਪ ਮਿਲੇਗੀ ਕਿ ਉਹ ਕਿਸ ਤਰ੍ਹਾਂ ਤਿਆਰੀ ਕਰਨ। ਸੋ ਕੀਪ ਕਮਿੰਗ ਔਰ ਸਾਡੇ ਵੀਵਰਸ ਨੂੰ ਇਸੇ ਤਰ੍ਹਾਂ ਹੀ ਤੁਸੀਂ ਇਨਫੋਰਮੇਸ਼ਨ ਦਿੰਦੇ ਰਹੋ, ਉਹਨਾਂ ਨੂੰ ਐਨਲਾਈਟਨ ਕਰਦੇ ਰਹੋ ਤਾਂ ਕਿ ਉਹ ਆਪਣਾ ਕੈਰੀਅਰ ਬਣਾ ਸਕਣ। ਥੈਂਕ ਯੂ ਸੋ ਮਚ। ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਐਬਰੋਡ ਦਾ ਹਿੱਸਾ ਬਣਦੇ ਹੋ। ਤਾਂ ਪੰਜਾਬ ਐਬਰੋਡ ਦੇ ਵਿੱਚ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ, ਇਨਬਾਕਸ ਦੇ ਵਿੱਚ ਆਪਣੇ ਕਮੈਂਟ ਲਿਖੋ, ਆਪਣੀ ਕੁਐਰੀਜ਼ ਲਿਖੋ, ਅਸੀਂ ਤੁਹਾਨੂੰ ਦਾ ਰਿਪਲਾਈ ਕਰਾਂਗੇ। ਸੋ ਸਤਿ ਸ਼੍ਰੀ ਅਕਾਲ। ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬ ਮੇਲ USA TV ਦੇ ਨਾਲ।